ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਧਰੈ ਸਤਿਗੁਰ ਕਹੇ, ਤੁਕ 11ਵੇਂ ਮਾਨ। ਪਤ ਸਿਰੇ ਅੱਖਰ ਧਰੇ, ਪੁੰਨ ਪੁੰਨ ਧਰੇ ਸੁਜਾਨ। ਨਾਮ ਧਰੈ ਸਤਿਗੁਰ ਕਹੇ, ਤੁਕ 11ਵੇਂ ਮਾਨ। ਪਤ ਸਿਰੇ ਅੱਖਰ ਧਰੇ, ਪੁੰਨ ਪੁੰਨ ਧਰੇ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਰਵਰੇ ਕਾਇਨਾਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਵਿੱਚ ਸਤਿਗੁਰਾਂ ਦੇ ਪਵਿੱਤਰ ਅਸਥਾਨ ਦੇ ਉੱਤੇ, ਸ਼ਹੀਦਾਂ ਸਿੰਘਾਂ ਦੇ ਅਸਥਾਨ ਦੇ ਉੱਤੇ, ਗੁਰਦੁਆਰਾ ਸ਼ਹੀਦਾਂ ਤੱਲਣ ਸਾਹਿਬ ਜਲੰਧਰ ਵਿਖੇ ਆਪ ਜੀ ਸੰਧਿਆ ਸਮੇਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਸਜੇ ਹੋਏ ਦੀਵਾਨ ਵਿੱਚ ਗੁਰੂ ਕੀ ਬਾਣੀ ਦੇ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਲੜੀਵਾਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ। ਆਓ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਜੁੜੀਏ। ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰਾਂ ਦੇ ਸੋਹਣੇ ਮਨਮੋਹਣੇ ਇਤਿਹਾਸ ਨੂੰ, ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਸੂਝ-ਬੂਝਤਾ ਦੇ ਨਾਲ, ਬੜੀ ਸੁਗੜਤਾ ਦੇ ਨਾਲ, ਬੜੀ ਪ੍ਰਵੀਨਤਾ ਦੇ ਨਾਲ ਅੰਕਿਤ ਕੀਤਾ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਜਿਸ ਦੀ ਮਨੋਹਰ ਕਥਾ ਨੂੰ ਸਰਵਣ ਕਰਕੇ ਆਨੰਦ ਮਾਣੀਏ ਤਥਾ ਸਤਿਗੁਰਾਂ ਦਾ, ਸਾਡੇ ਪੁਰਖਿਆਂ ਦਾ ਬਾਬਾਣੀਆਂ ਕਹਾਣੀਆਂ, ਪੁੱਤ ਸੁਪੁੱਤ ਕਰੇਨ ਆਪਾਂ ਵਿਰਸਾ ਜਾਣੀਏ, ਇਤਿਹਾਸ ਜਾਣੀਏ, ਸਾਡੇ ਗੁਰੂ ਪਿਤਾ ਜੀ ਦੇ ਜੀਵਨ ਬਾਬਤ ਜਾਣੀਏ। ਉਹਨਾਂ ਆਪਣੇ ਜੀਵਨ ਦੇ ਵਿੱਚ
ਕਿੰਨੀ ਘਾਲਣਾ ਘਾਲੀ ਔਰ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਸੋ ਇਹਨਾਂ ਸਾਰੀਆਂ ਹੀ ਸਿੱਖਿਆਵਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਦੇ ਲਈ ਆਓ ਇਕਾਗਰ ਮਨ ਹੋ ਕੇ ਗੁਰੂ ਚਰਨਾਂ ਵਿੱਚ ਜੁੜੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਤਨ ਅਤੇ ਮਨ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਈਏ। ਬੇਨਤੀ ਹੈ ਭਾਈ, ਜਿਹੜੇ ਕੋਈ ਡਿਊਟੀ ਤੋਂ ਬਿਨਾਂ ਸੇਵਾਦਾਰ ਸੰਗਤਾਂ ਇੱਧਰ ਉੱਧਰ ਟਹਿਲ ਰਹੇ ਹੈ ਜਾਂ ਕਮਰਿਆਂ ਵਿੱਚ ਬੈਠੇ ਹੈ ਜਾਂ ਮੋਬਾਈਲ ਫੋਨਾਂ ਦੇ ਉੱਤੇ ਲੱਗੇ ਹੋਏ ਹੈ, ਵੱਡਿਆਂ ਭਾਗਾਂ ਦੇ ਨਾਲ ਸਤਸੰਗ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅਤੇ ਵਿਸ਼ੇਸ਼ ਕਰਕੇ ਬੇਨਤੀ ਉਹਨਾਂ ਗੁਰਮੁਖਾਂ ਨੂੰ ਵੀ ਹੈ ਜਿਹੜੇ ਅਖੰਡ ਪਾਠ ਸਾਹਿਬਾਨ ਦੀਆਂ ਸੇਵਾਵਾਂ ਦੇ ਵਿੱਚ ਪਰਿਵਾਰ ਆਉਂਦੇ ਹੈ। ਮੈਂ ਅਕਸਰ ਹੀ ਇਸ ਮੰਚ ਤੋਂ, ਇਸ ਸਟੇਜ ਤੋਂ ਬੇਨਤੀ ਕਰਦਾ ਕਿ ਭਾਈ, ਘਰਾਂ ਵਿੱਚ ਰਹਿ ਕੇ ਆਪਾਂ ਬਹੁਤ ਸਮਾਂ ਬਤੀਤ ਕਰ ਦਿੰਦੇ ਹਾਂ, ਪਰ ਜੇ ਗੁਰੂ ਘਰ ਆਏ ਹਾਂ, ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਤਾਂ ਜ਼ਰੂਰ ਗੁਰੂ ਚਰਨਾਂ ਵਿੱਚ ਜੁੜ ਕੇ ਸਮੇਂ ਨੂੰ ਸਫਲਾ ਕਰੀਏ। ਕਮਰਿਆਂ ਵਿੱਚ ਬੈਠ ਕੇ ਸਮਾਂ ਨਾ ਲੰਘਾ ਦਈਏ, ਗੱਲਾਂ ਬਾਤਾਂ ਵਿੱਚ ਸਮਾਂ ਨਾ ਲੰਘਾ ਦਈਏ। ਇਸੇ ਪ੍ਰਕਾਰ ਮੋਬਾਈਲ ਫੋਨਾਂ ਦੇ ਉੱਤੇ ਜਾਂ ਸੌਣ ਦੇ ਲਈ ਆਪਾਂ ਇਸ ਅਸਥਾਨ ਦੇ ਉੱਤੇ ਸਤਿਗੁਰਾਂ ਦੇ ਦਰ ਘਰ ਵਿੱਚ ਨਹੀਂ ਆਏ, ਲਾਹਾ ਪ੍ਰਾਪਤ ਕਰਨ ਵਾਸਤੇ ਆਏ ਹਾਂ। ਤੋ ਆਓ, ਬੜੇ ਪਿਆਰ ਦੇ ਨਾਲ ਸਭ ਨੂੰ ਬੇਨਤੀ ਹੈ ਕਿ ਗੁਰੂ ਚਰਨਾਂ ਵਿੱਚ ਆ ਕੇ ਜੁੜੋ। ਭਾਵੇਂ ਕਿ ਆਵਾਜ਼ ਸਪੀਕਰਾਂ ਦੇ ਰਾਹੀਂ ਦੂਰ ਦੁਰਾਡਿਆਂ ਤੱਕ ਵੀ ਜਾਂਦੀ ਹੈ, ਪਰ ਫਿਰ ਵੀ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋ ਕੇ ਜਿਹੜਾ ਆਨੰਦ ਮਾਣਨਾ ਹੈ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਕਿ ਇਹ ਚਰਨਾਂ ਕਮਲਾਂ ਵਿੱਚ ਜੁੜਨ ਦੀ ਜਿਹੜੀ ਮੌਜ ਹੈ ਨਾ, ਇਹ ਕਹਿਣ ਮਾਤਰ ਨਹੀਂ ਦਰਸਾਈ ਜਾ ਸਕਦੀ। ਚਰਨ ਕਮਲ ਕੀ ਮੌਜ ਕਉ ਕਹਿ ਕੈਸੇ ਅਨੁਮਾਨ, ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਨ੍ਹਾਂ ਨੇ ਇਹ ਆਨੰਦ ਨੂੰ ਮਾਣਿਆ ਹੈ ਉਹੀ ਇਸ ਆਨੰਦ ਦੇ ਬਾਰੇ ਜਾਣ ਸਕਦੇ ਹੈ, ਅਤੇ ਨਹੀਂ ਤਾਂ ਕਹਿਣ ਮਾਤਰ ਨਹੀਂ ਕਿ ਕਿੰਨੀ ਕੁ ਆਨੰਦਮਈ ਅਵਸਥਾ ਗੁਰੂ ਚਰਨਾਂ ਵਿੱਚ ਧਿਆਨ ਨੂੰ ਜੋੜ ਕੇ ਬੈਠਣ ਦੀ ਹੈ। ਆਓ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਜੁੜੀਏ। ਆਪਾਂ ਵਿਚਾਰ ਰਹੇ ਸੀ, ਸਰਵਣ ਕਰ ਰਹੇ ਸੀ ਸਤਿਗੁਰਾਂ ਦਾ ਉਜੈਨਪੁਰੀ ਨਿਵਾਸੀ ਸਿੱਖ ਵਿਸ਼ੰਬਰ ਦਾਸ, ਉਹਦਾ ਪੁੱਤਰ ਹਰਗੋਪਾਲ, ਇਹਨਾਂ ਦਾ ਸਮੁੱਚਾ ਪਰਿਵਾਰ ਗੁਰੂ ਚਰਨਾਂ ਦੇ ਵਿੱਚ ਆਏ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਤੋਂ ਫਿਰ ਖੁਸ਼ੀਆਂ ਬਖਸ਼ਿਸ਼ ਕੀਤੀਆਂ, ਕਿਉਂਕਿ ਬਚਨ ਵੇਚ ਗਿਆ ਸੀ ਹਰਗੋਪਾਲ ਅਣਜਾਣ ਪੁਣੇ ਵਿੱਚ, ਨਾਸਤਿਕਤਾ ਦੇ ਵਿੱਚ। ਤੋ ਸਤਿਗੁਰੂ ਜੀ ਨੇ ਇਹਨਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਦੁਬਾਰਾ ਦਰੋਂ ਘਰੋਂ ਖੁਸ਼ੀਆਂ ਬਖਸ਼ੀਆਂ, ਅੰਨ ਧਨ ਪਦਾਰਥ ਦੀ ਬਖਸ਼ਿਸ਼ ਦੇ ਬਚਨ ਕੀਤੇ। ਇਸੇ ਪ੍ਰਕਾਰ ਅਰਦਾਸਾਂ ਕਰਨੀਆਂ ਸਿਖਾਈਆਂ ਸਤਿਗੁਰੂ ਨੇ ਕਿ ਕਿਹੜੇ ਸਮੇਂ ਕਿਹੜੀ ਅਰਦਾਸ ਕਰਨੀ ਹੈ। 75 ਅਰਦਾਸਾਂ ਦਾ ਵਿਚਾਰ ਆਪਾਂ ਪਿਛਲੇ 14ਵੇਂ ਅੰਸੂ ਵਿੱਚ, 14ਵੇਂ ਅਧਿਆਏ ਵਿੱਚ ਇਸ 5ਵੀਂ ਰਿਤੂ ਦੇ ਸਰਵਣ ਕਰ ਚੁੱਕੇ ਹਾਂ। ਹੁਣ 5ਵੀਂ ਰੁੱਤ ਦਾ ਜਿਹੜਾ ਇਹ 15ਵਾਂ ਅਧਿਆਏ ਬੀਤੇ ਕੱਲ੍ਹ ਤੋਂ ਪ੍ਰਾਰੰਭ ਹੋਇਆ, ਉਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕੁਝ ਅਧਿਆਤਮਿਕ ਉਪਦੇਸ਼ ਹੋਰ ਭਾਈ ਹਰਗੋਪਾਲ ਨੂੰ ਅਤੇ ਵਿਸ਼ੰਬਰ ਦਾਸ ਨੂੰ ਬਖਸ਼ਿਸ਼ ਕਰ ਰਹੇ ਹੈ। ਚਰਨ ਪਾਹਲ ਦੇ ਕੇ ਸਤਿਗੁਰਾਂ ਨੇ ਭਾਈ ਹਰਗੋਪਾਲ ਨੂੰ ਆਪਣਾ ਸਿੱਖ ਬਣਾਇਆ। ਵਿਸ਼ੰਬਰ ਦਾਸ ਪਹਿਲਾਂ ਦਾ ਹੀ ਸਤਿਗੁਰ ਦਾ ਸ਼ਰਧਾ ਭਾਵਨਾ ਵਾਲਾ ਸਿੱਖ ਸੀ। ਸੋ ਇਹ ਦੋਵੇਂ ਸਿੱਖਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਕੋਈ ਆਪ ਜੀ ਦੇ ਉੱਤੇ ਭਰੋਸਾ ਰੱਖਣ ਵਾਲਾ ਵਿਅਕਤੀ ਹੋਵੇ ਪਰ ਆਪ ਜੀ ਦੇ ਚਰਨਾਂ ਵਿੱਚ ਗੁਰਦਰਬਾਰ ਵਿੱਚ ਹਾਜ਼ਰ ਨਾ ਹੋ ਸਕਦਾ ਹੋਵੇ ਅਤੇ ਉਹਨੂੰ 5 ਪਿਆਰੇ ਸਾਹਿਬਾਨ ਵੀ ਨਾ ਮਿਲਣ, ਜੋ ਆਪ ਜੀ ਨੇ ਮਿਤ ਮਰਿਆਦਾ ਬੰਨ੍ਹ ਦਿੱਤੀ ਹੈ ਕਿ 5 ਪਿਆਰਿਆਂ ਪਾਸੋਂ ਸਤਿਗੁਰੂ ਕੀ ਬਾਣੀ ਦੀ ਹਜ਼ੂਰੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੰਡੇ ਕੀ ਪਾਹੁਲ ਲੈਣੀ। ਅਮਰਧਾਰੀ ਸਿੰਘ ਸਜਣਾ ਪ੍ਰਥਮ ਰਹਿਤ ਯਾ ਜਾਨ, ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋ ਲੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ, ਜੇਕਰ ਸਮਾਂ ਐਸਾ ਨਾ ਬਣ ਸਕਦਾ ਹੋਵੇ, ਉਹ ਗੁਰੂ ਕਾ ਪਿਆਰਾ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰ ਹੋ ਕੇ ਆਪ ਜੀ ਦੀ ਚਰਨ ਪਾਹੁਲ ਨਾ ਲੈ ਸਕਦਾ ਹੋਵੇ, ਜਾਂ 5 ਪਿਆਰਿਆਂ ਕੋਲ ਜਾ ਕੇ ਅੰਮ੍ਰਿਤ ਨਾ ਛਕ ਸਕਦਾ ਹੋਵੇ, ਪਰ ਉਹ ਗੁਰੂ ਕਾ ਸਿੱਖ ਬਣਨਾ ਚਾਹੁੰਦਾ ਹੋਵੇ, ਉਹਦੇ ਮਨ ਦੀ ਭਾਵਨਾ ਹੋਵੇ, ਤਾਂ ਉਹ ਭਾਵਨਾ ਕਿਸ ਤਰ੍ਹਾਂ ਪੂਰੀ ਹੋਵੇਗੀ? ਕਿਉਂਕਿ 2 ਤਰ੍ਹਾਂ ਦੀ ਮਰਿਆਦਾ ਗੁਰੂ ਘਰ ਦੇ ਵਿੱਚ ਚੱਲਦੀ ਰਹੀ ਹੈ। ਪਹਿਲਾਂ ਚਰਨ ਪਾਹੁਲ, ਸਤਿਗੁਰਾਂ ਦੇ ਚਰਨਾਂ ਦੇ ਨਾਲ ਛੁਹਾ ਕੇ ਜਲ ਛਕਣਾ, ਚਰਨ ਪਾਹੁਲ ਲੈਣੀ, ਸਤਿਗੁਰਾਂ ਦੇ ਚਰਨ ਧੋਣੇ,
ਤੇ ਇਸੇ ਪ੍ਰਕਾਰ ਸਤਿਗੁਰਾਂ ਨੇ ਇਹ ਚਰਨ ਪਾਹੁਲ ਦਾ ਜਿਹੜਾ ਸਿਲਸਿਲਾ ਬੰਦ ਕਰਕੇ, ਇਹ ਮਰਿਆਦਾ ਬੰਦ ਕਰਕੇ ਬਾਅਦ ਵਿੱਚ ਖੰਡੇ ਕੀ ਪਾਹੁਲ, ਖੰਡੇ ਬਾਟੇ ਦਾ ਅੰਮ੍ਰਿਤ ਸੰਗਤਾਂ ਨੂੰ ਬਖਸ਼ਿਸ਼ ਕਰ ਦਿੱਤਾ। ਪੀਵੋ ਪਾਹੁਲ ਖੰਡਿਤ ਹਰ ਹੋਏ ਜਨਮ ਸੁਹੇਲਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਗੁਰੂ ਕੇ ਸਿੱਖ ਕਹਿਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਐਸਾ ਕੋਈ ਭਾਵਨਾ ਵਾਲਾ, ਆਪ ਜੀ ਉੱਪਰ ਵਿਸ਼ਵਾਸ ਰੱਖਣ ਵਾਲਾ, ਸਿਦਕ ਰੱਖਣ ਵਾਲਾ, ਪ੍ਰਤੀਤ ਰੱਖਣ ਵਾਲਾ ਵਿਅਕਤੀ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਤਾਂ ਉਹਦੇ ਲਈ ਕੀ ਹੁਕਮ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਆਖਿਆ, ਕਹਿੰਦੇ ਭਾਈ ਗੁਰੂ ਕਾ ਸਿੱਖ ਬਣਨ ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਰੀਤੀ ਹੈ, ਇਹ ਮਰਿਆਦਾ ਹੈ ਕਿ ਗੁਰੂ ਕਾ ਸਿੱਖ ਗੁਰੂ ਚਰਨਾਂ ਦੇ ਉੱਤੇ ਸ਼ਰਧਾ ਭਾਵਨਾ ਭਰੋਸਾ ਰੱਖੇ। ਇਸੇ ਪ੍ਰਕਾਰ ਦਸੇ ਪਾਤਸ਼ਾਹੀਆਂ ਨੂੰ ਇੱਕੋ ਗੁਰ ਜੋਤ ਕਰਕੇ ਜਾਣੇ ਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਵੀ ਸਤਿਗੁਰੂ ਸਰੂਪ ਕਰਕੇ ਜਾਣੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰਾਂ ਨੂੰ ਗੁਰੂ ਸਰੂਪ ਕਰਕੇ ਜਾਣਨਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ, ਇਹ ਪਹਿਲਾਂ ਤਾਂ ਉਹਦੇ ਮਨ ਦੇ ਵਿੱਚ ਨਿਸ਼ਚਾ, ਭਰੋਸਾ, ਦ੍ਰਿੜਤਾ ਹੋਣੀ ਚਾਹੀਦੀ ਹੈ। ਉਸ ਤੋਂ ਉਪਰੰਤ ਜੋ ਤੁਸੀਂ ਵਰਣਨ ਕੀਤਾ ਹੈ, ਜੋ ਤੁਸੀਂ ਵਚਨ ਕੀਤਾ ਹੈ ਕਿ ਇਸ ਪ੍ਰਕਾਰ ਦੀ ਜੇ ਕੰਡੀਸ਼ਨ ਬਣ ਜਾਵੇ, ਇਸ ਪ੍ਰਕਾਰ ਦੇ ਹਾਲਾਤ ਬਣ ਜਾਣ ਕਿ ਗੁਰੂ ਕਾ ਸਿੱਖ ਗੁਰਦਰਬਾਰ ਵਿੱਚ ਆ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਨਾ ਹੋ ਸਕੇ ਔਰ ਨਾ ਹੀ ਖੰਡੇ ਕੀ ਪਾਹੁਲ ਲੈਣ ਦਾ ਇੰਤਜ਼ਾਮ ਹੋਵੇ ਕੋਈ, ਤਾਂ ਫਿਰ ਕੀ ਕਰਨਾ ਚਾਹੀਦਾ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੋਥੀ ਪਰਮੇਸ਼ਰ ਕਾ ਥਾਨ, ਇਹਨਾਂ ਦੇ ਰੁਮਾਲਾ ਸਾਹਿਬ ਦੀ ਇੱਕ ਕੰਨੀ ਨੂੰ ਜਲ ਦੇ ਨਾਲ ਧੋ ਲਵੇ ਤੇ ਉਹ ਜਿਹੜਾ ਸਤਿਗੁਰਾਂ ਦੇ ਅੰਗ ਛੋਹੇ ਵਸਤਰ ਦੇ ਨਾਲ ਲੱਗਿਆ ਹੋਇਆ ਜਲ ਹੈ ਉਹ ਵੀ ਅੰਮ੍ਰਿਤ ਰੂਪ ਹੋ ਜਾਏਗਾ। ਤੇ ਗੁਰੂ ਕਾ ਸਿੱਖ ਕਿਸੇ ਦੀਖਿਆ ਲੈ ਵਾਲੇ ਤੋਂ, ਅੰਮ੍ਰਿਤ ਧਾਰੀ ਤੋਂ, ਗੁਰੂ ਕਾ ਪੱਕਾ ਸਿੱਖ ਜਿਹੜਾ ਰਹਿਤ ਮਰਿਆਦਾ ਵਿੱਚ ਹੈ ਉਹਦੇ ਪਾਸੋਂ ਉਹ ਅੰਮ੍ਰਿਤ ਛਕ ਲਵੇ। ਉਸ ਨੂੰ ਵੀ ਗੁਰੂ ਕੀ ਚਰਨ ਪਾਹੁਲ ਹੀ ਜਾਣਨਾ। ਜਦੋਂ ਉਹ ਅੰਮ੍ਰਿਤ ਛਕ ਲਵੇ ਔਰ ਗੁਰੂ ਕਾ ਸਿੱਖ ਜਿਹੜਾ ਪਹਿਲਾਂ ਤੋਂ ਅੰਮ੍ਰਿਤ ਧਾਰੀ ਹੈ, ਗੁਰਮੰਤਰ ਦਾ ਧਾਰਨੀ ਹੈ, ਵਾਹਿਗੁਰੂ ਮੰਤਰ ਦਾ ਧਾਰਨੀ ਹੈ, ਮੂਲ ਮੰਤਰ ਦਾ ਧਾਰਨੀ ਹੈ, ਪੰਜ ਬਾਣੀਆਂ ਦਾ ਨਿਤਨੇਮੀ ਹੈ, ਉਸ ਪਾਸੋਂ ਫਿਰ ਸਾਰਾ ਗੁਰ ਉਪਦੇਸ਼ ਅੰਮ੍ਰਿਤ ਦੀ ਮਰਿਆਦਾ ਧਿਆਨਪੂਰਵਕ ਸੁਣੇ ਤੇ ਪੰਜ ਚੂਲੇ ਉਸ ਅੰਮ੍ਰਿਤ ਜਲ ਦੇ, ਉਸ ਅੰਮ੍ਰਿਤ ਦੇ, ਉਸ ਅੰਮ੍ਰਿਤਧਾਰੀ ਗੁਰੂ ਕੇ ਸਿੱਖ ਪਾਸੋਂ ਛਕੇ। ਜਿਸ ਤਰ੍ਹਾਂ ਬਾਕੀ ਅੰਮ੍ਰਿਤ ਦੀ ਮਰਿਆਦਾ ਹੈ, ਸਾਰੀ ਮਰਿਆਦਾ ਉਸੇ ਪ੍ਰਕਾਰ ਨਿਭਾਉਣੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਦੱਸਿਆ ਤੇ ਨਾਲ ਹੀ ਆਖਿਆ ਕਿ ਸਿਦਕ ਸੰਭਾਲੈ ਕਰ ਕੜਾ ਬਾਂਟੇ ਅਥਿਤੀ ਲੈ। ਤੇ ਇਸੇ ਤਰ੍ਹਾਂ ਫਿਰ ਸਿਦਕ ਦੀ ਸੰਭਾਲ ਕਰੇ, ਰਹਿਤ ਵਿੱਚ ਪਰਪੱਕ ਰਹੇ, ਦ੍ਰਿੜ ਵਿਸ਼ਵਾਸੀ ਰਹੇ, ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਤੇ ਰਹਿਤ ਮਰਿਆਦਾ ਤੋਂ ਥਿੜਕੇ ਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਵੇ, ਅਭਿਆਗਤ ਅਥਿਤੀ ਜਿਹੜੀ ਸੰਗਤ ਇਕੱਤਰ ਹੋਈ ਹੈ ਉਹਨਾਂ ਵਿੱਚ ਵਰਤਾਵੇ ਤੇ ਆਪ ਕੜਾਹ ਪ੍ਰਸ਼ਾਦ ਦੀ ਦੇਗ ਆਪਣੇ ਹੱਥੀਂ ਬਾਟੇ ਵਿੱਚੋਂ ਨਹੀਂ ਲੈਣੀ, ਕਿਸੇ ਹੋਰ ਗੁਰੂ ਕੇ ਸਿੱਖ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਲੈਣੀ ਹੈ। ਇਹ ਮਰਿਆਦਾ ਦੇ ਬਚਨ ਸਤਿਗੁਰਾਂ ਨੇ ਦੱਸੇ। ਸੋ ਇੱਥੋਂ ਤੱਕ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਸੀ ਪੰਜ ਪੰਕਤੀਆਂ ਦੇ, ਪੰਜ ਦੋਹਰਿਆਂ ਦੇ ਅਰਥ। ਅੱਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਿਵੇਂ ਬਚਨ ਕਰ ਰਹੇ ਆ ਵਿਸ਼ੰਬਰ ਦਾਸ ਸਿੱਖ ਨੂੰ, ਭਾਈ ਹਰਗੋਪਾਲ ਸਿੱਖ ਨੂੰ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਧਰੈ ਸਤਿਗੁਰ ਕਹੇ, ਤੁਕ 11ਵੇਂ ਮਾਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ 11ਵੇਂ ਗੁਰੂ ਹਨ, ਸੋ ਉਹਨਾਂ ਦੇ ਵਿੱਚ ਜਿਹੜਾ ਸਤਿਗੁਰੂ ਜੀ ਦਾ ਕਿਹਾ ਹੋਇਆ ਬਚਨ ਸ਼੍ਰੀ ਮੁਖ ਵਾਕ ਹੁਕਮਨਾਮਾ ਜਦੋਂ ਆਉਂਦਾ ਹੈ, ਹੁਕਮਨਾਮੇ ਦੀ ਤੁਕ ਦੇ ਪਹਿਲੇ ਅੱਖਰ ਤੋਂ ਸੋ ਗੁਰੂ ਕੇ ਸਿੱਖ ਦਾ ਨਾਮਕਰਨ ਹੋਵੇ ਜੇ ਪਹਿਲਾਂ ਗੁਰਮਤਿ ਅਨੁਸਾਰ ਨਾਮ ਨਹੀਂ ਰੱਖਿਆ ਗਿਆ। ਕਿਉਂਕਿ ਜਦੋਂ ਵੀ ਆਪਾਂ ਅੰਮ੍ਰਿਤ ਛਕਦੇ ਹਾਂ, ਅੰਮ੍ਰਿਤ ਅਭਿਲਾਖੀ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚਦੀਆਂ ਨੇ, ਇਹ ਮਿਤ ਮਰਿਆਦਾ ਹੈ ਗੁਰੂ ਘਰ ਦੀ। ਜੇ ਕਿਸੇ ਦਾ ਨਾਮ ਗੁਰਸਿੱਖੀ ਦੇ ਮੁਤਾਬਕ ਨਹੀਂ ਹੈ ਤੇ ਉਸ ਦਾ ਨਾਮਕਰਨ ਕੀਤਾ ਜਾਂਦਾ ਸਤਿਗੁਰਾਂ ਦੇ ਹੁਕਮਨਾਮੇ ਤੋਂ।
ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਪਹਿਲਾ ਨਾਮ ਗੁਰਸਿੱਖੀ ਦੇ ਮੁਤਾਬਕ ਨਹੀਂ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਖਵਾਕ ਦੀ ਤੁਕ ਦੇ ਪਹਿਲੇ ਅੱਖਰ ਤੋਂ ਉਸ ਸਿੱਖ ਦਾ ਨਾਮ ਰੱਖੇ। ਪਤ ਸਿਰੇ ਅੱਖਰ ਧਰੇ ਪੁੰਨ ਪੁੰਨ ਧਰੇ ਸੁਜਾਨ। ਹਾਂ, ਸਿਰੇ ਵਾਲਾ ਜਿਹੜਾ ਪੱਤਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸਿਰੇ ਵਾਲਾ ਅੰਗ ਹੈ, ਸੋ ਉੱਪਰਲੇ ਅੰਗ ਤੋਂ ਤੇ ਉਹਦਾ ਜਿਹੜਾ ਪਹਿਲਾ ਸ਼ਬਦ ਹੈ ਉਸ ਤੋਂ ਜਿਹੜੇ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ, ਜਿੱਥੋਂ ਜਿਹੜਾ ਪਹਿਲਾ ਅੱਖਰ ਹੈ ਉਸ ਤੋਂ ਗੁਰੂ ਕੇ ਸਿੱਖ ਦਾ ਨਾਮ ਰੱਖਿਆ ਜਾਵੇ। ਤੇ ਇਸੇ ਪ੍ਰਕਾਰ ਪੁੰਨ ਪੁੰਨ ਧਰੇ ਸੁਜਾਨ। ਸੁਜਾਨ ਜਿਹੜਾ ਸੁਘੜ ਸਿਆਣਾ ਗ੍ਰੰਥੀ ਸਿੰਘ ਹੈ ਤੇ ਉਹ ਨਾਮ ਲੈ ਕੇ ਦੱਸੇ, ਜਿਹੜਾ ਵੀ ਅੱਖਰ ਆ ਜਾਵੇ ਉਹ ਵਾਰ-ਵਾਰ ਨਾਮ ਲਈ ਜਾਵੇ। ਫਿਰ ਜੋ ਉਹਨਾਂ ਦੇ ਪਰਿਵਾਰ ਵਿੱਚ ਜਾਂ ਕੁਲ ਵਿੱਚ ਕਿਸੇ ਦਾ ਪਹਿਲਾ ਨਾਂ ਹੋਵੇ ਉਹਨੂੰ ਛੱਡ ਕੇ ਉਹਨਾਂ ਤੋਂ ਵੱਖਰਾ ਇੱਕ ਨਾਮ ਜੋ ਢੁਕਦਾ ਹੋਵੇ, ਸੋ ਢੁਕਵਾਂ ਨਾਮ ਗੁਰੂ ਕੀ ਹਜ਼ੂਰੀ ਦੇ ਵਿੱਚ ਰੱਖੇ। ਇਸੇ ਪ੍ਰਕਾਰ ਪੁੰਨ ਪੁੰਨ ਧਰੇ ਸੁਜਾਨ। ਜੇ ਸੰਗਤ ਬਹੁਤੀ ਹੋਵੇ, ਅੰਮ੍ਰਿਤ ਛਕਣ ਵਾਲੇ ਬਹੁਤੇ ਹੋਣ ਤਾਂ ਪੁੰਨ ਪੁੰਨ ਧਰੇ ਸੁਜਾਨ। ਵਾਰ-ਵਾਰ ਉਸ ਤੁਕ ਦੇ ਵਿੱਚੋਂ ਪਹਿਲੇ ਸ਼ਬਦ ਤੋਂ ਗੁਰੂ ਕਾ ਗ੍ਰੰਥੀ ਸਿੰਘ ਨਾਮ ਦੱਸੀ ਜਾਵੇ ਤੇ ਉਹਨਾਂ ਸਾਰਿਆਂ ਦਾ ਨਾਮਕਰਨ ਗੁਰਮਤ ਅਨੁਸਾਰ ਕਰੇ। ਜਿਵੇਂ ਸ਼ਬਦ ਕੋਈ ਵੀ ਆ ਗਿਆ, ਮੰਨ ਲਓ ਕਿਸੇ ਵੀ ਅੱਖਰ ਤੋਂ, ਸੱਸੇ ਅੱਖਰ ਤੋਂ ਹੀ ਆ ਗਿਆ ਨਾਮ, ਤਾਂ ਉਸ ਪ੍ਰਕਾਰ ਦੱਸੇ ਨਾਮ ਕਿ ਇਹਦਾ ਨਾਮ ਸੁੰਦਰ ਸਿੰਘ ਰੱਖ ਲਓ ਜੀ। ਜੇ ਪਰਿਵਾਰ ਦੇ ਵਿੱਚ ਪਹਿਲਾ ਕੋਈ ਨਾਮ ਨਹੀਂ ਹੈ ਤੇ ਉਹ ਨਾਮ ਢੁਕਵਾਂ ਲੱਗੇ ਤਾਂ ਉਸ ਵੇਲੇ ਗੁਰੂ ਕਾ ਗ੍ਰੰਥੀ ਸਿੰਘ ਜਕਾਰਾ ਛੱਡੇ ਤੇ ਅੰਤਮ ਪ੍ਰਵਾਨਗੀ ਦੇਵੇ। ਤੇ ਇਸੇ ਪ੍ਰਕਾਰ ਜੇ ਉਹ ਨਾਮ ਕੁਲ ਦੇ ਵਿੱਚ ਪਹਿਲਾਂ ਕਿਸੇ ਦਾ ਹੈ ਤਾਂ ਉਹਨੂੰ ਛੱਡ ਕੇ ਅਗਲਾ ਨਾਮ ਸਰਬਜੀਤ ਸਿੰਘ ਰੱਖ ਲਏ, ਜਾਂ ਕੋਈ ਵੀ ਨਾਮ ਸੱਸੇ ਤੋਂ ਜਿਹੜਾ ਸ਼ੁਰੂ ਹੁੰਦਾ ਹੈ। ਸੋ ਇਸ ਪ੍ਰਕਾਰ ਨਾਮ ਰੱਖੇ। ਜਿਹੜਾ ਵੀ ਪਹਿਲਾ ਸ਼ਬਦ ਆਉਂਦਾ, ਮੈਂ ਉਦਾਹਰਨ ਸਿਰਫ ਇੱਕ ਅੱਖਰ ਦੀ ਦਿੱਤੀ ਹੈ, ਜਿਸ ਵੀ ਸ਼ਬਦ ਤੋਂ ਹੁਕਮਨਾਮਾ ਸ਼੍ਰੀ ਮੁਖਵਾਕ ਸਾਹਿਬ ਸ਼ੁਰੂ ਹੁੰਦਾ ਹੈ ਉਹਦੇ ਮੁਤਾਬਕ ਇਸ ਪ੍ਰਕਾਰ ਗੁਰੂ ਕੇ ਸਿੱਖਾਂ ਦਾ ਗੁਰਮਤ ਅਨੁਸਾਰ ਨਾਮਕਰਨ ਕੀਤਾ ਜਾਵੇ। ਆਸ ਗੁਰੂ ਕੀ ਮੰਤਰ ਸਿੱਖ ਕਾਜ ਸੰਸਾਰੀ ਕੀਨ। ਸੋ ਸੰਸਾਰੀ ਕਾਰਜ ਕਰਨ ਵਾਸਤੇ ਵੀ, ਦੁਨਿਆਵੀ ਕਾਰ ਵਿਹਾਰ ਕਰਨ ਵਾਸਤੇ ਵੀ ਗੁਰੂ ਕਾ ਜਿਹੜਾ ਇਹ ਗੁਰਮੰਤਰ ਦ੍ਰਿੜ ਕੀਤਾ ਹੋਇਆ, ਗੁਰਮੰਤਰ ਦਾ ਪੱਕਾ ਜਿਹੜਾ ਗੁਰੂ ਕਾ ਸਿੱਖ ਹੈ, ਜਿਹਨੇ ਗੁਰਮੰਤਰ ਲੈ ਲਿਆ ਹੈ, ਗੁਰੂ ਦੀਖਿਆ ਲੈ ਲਈ ਹੈ ਮਿਤ ਮਰਿਆਦਾ ਦੇ ਅਨੁਸਾਰ, ਉਹ ਸੰਸਾਰੀ ਕਾਰਜ ਕਰਨ ਲੱਗਿਆ ਵੀ ਹਮੇਸ਼ਾ ਗੁਰੂ ਕੀ ਆਸ, ਗੁਰੂ ਕੀ ਟੇਕ, ਗੁਰੂ ਕਾ ਆਸਰਾ ਤੱਕੇ। ਹੋਰ ਗਰੀਬੀ ਸਿੱਖ ਕਹੈ ਕੰਨਿਆ ਦੇ ਮਸਕੀਨ। ਹਾਂ, ਤੇ ਜਦੋਂ ਉਹਨੇ ਕੋਈ ਦੁਨਿਆਵੀ ਕਾਰਜ ਕਰਨਾ ਹੈ, ਭਾਵ ਜੇ ਆਪਣੀ ਲੜਕੀ ਦਾ ਰਿਸ਼ਤਾ ਵੀ ਕਰਨਾ ਹੈ, ਤਾਂ ਰਿਸ਼ਤਾ ਕਰਨ ਵੇਲੇ ਉਹ ਇਹ ਨਾ ਵੇਖੇ ਕਿ ਇਹ ਬੰਦਾ ਜਿਹੜਾ ਜਿਹਨੂੰ ਮੈਂ ਰਿਸ਼ਤਾ ਕਰਨ ਲੱਗਿਆ, ਜਵਾਈ ਬਣਾਉਣ ਲੱਗਿਆ, ਇਹ ਅਮੀਰ ਕਿੰਨਾ ਕੁ ਹੈ। ਉੱਥੇ ਅਮੀਰੀ ਗਰੀਬੀ ਨਾ ਦੇਖੇ। ਜਿਹੜੀ ਵੇਖਣ ਵਾਲੀ ਚੀਜ਼ ਹੈ ਇਹ ਵੇਖੇ ਕਿ ਇਹਨੇ ਗੁਰੂ ਕੇ ਖੰਡੇ ਬਾਟੇ ਦੀ ਪਾਹੁਲ ਲਈ ਹੋਈ ਆ ਜਾਂ ਨਹੀਂ ਲਈ ਹੋਈ। ਇਹ ਨਹੀਂ ਕਿ ਅਮੀਰ ਬਹੁਤਾ ਦੇਖ ਕੇ ਤੇ ਹੋਵੇ ਸ਼ਰਾਬੀ ਕਬਾਬੀ, ਉੱਥੇ ਆਪਣੀ ਕੰਨਿਆਂ ਦਾ ਦਾਨ ਕਰ ਦੇਵੇ, ਕੰਨਿਆਂ ਦੇ ਦੇਵੇ, ਧੀ ਦਾ ਰਿਸ਼ਤਾ ਕਰ ਦੇਵੇ। ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਅਬਲਾਖੀ ਦੇਖਣਾ, ਭਾਵੇਂ ਉਹ ਗਰੀਬ ਵੀ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਬੋਲ ਗਰੀਬੀ ਸਿੱਖ ਕਹੇ ਕੰਨਿਆ ਦੇ ਮਸਕੀਨ। ਮਸਕੀਨ ਨਾਮ ਹੈ ਗਰੀਬ ਦਾ। ਸੋ ਭਾਵੇਂ ਗਰੀਬ ਵੀ ਹੋਵੇ, ਉੱਥੇ ਗਰੀਬੀ ਜਾਂ ਅਮੀਰੀ ਨਹੀਂ ਦੇਖਣੀ। ਉੱਥੇ ਇਹ ਵੇਖਣਾ ਕਿ ਇਹ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਸਿੰਘ ਹੈ, ਜਿਹਨੂੰ ਮੈਂ ਆਪਣੀ ਕੰਨਿਆ ਦਾ ਦਾਨ ਕਰਨ ਲੱਗਿਆ ਹਾਂ, ਆਪਣੀ ਲੜਕੀ ਦਾ ਰਿਸ਼ਤਾ ਜਿੱਥੇ ਜੋੜਨ ਲੱਗਿਆ ਹਾਂ। ਤੇ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਗਰੀਬੀ ਵਾਲੇ ਬੋਲ ਬੋਲੇ, ਬੜੀ ਨਿਮਰਤਾ ਵਾਲੇ ਬੋਲ ਬੋਲੇ, ਕਿਉਂਕਿ ਗਰੀਬੀ ਜਿਹੜੀ ਮਨ ਦੀ ਗਰੀਬੀ ਆ ਨਾ, ਉਹਨੂੰ ਗੁਰਮਤਿ ਦੇ ਵਿੱਚ ਬਹੁਤ ਉੱਚ ਅਸਥਾਨ ਪ੍ਰਾਪਤ ਹੈ। ਗੁਰੂ ਪਿਆਰਿਓ, ਗੁਰੂ ਕਾ ਸਿੱਖ ਤਨ ਦਾ ਗਰੀਬ ਜੇ ਕੁਦਰਤ ਦੀ ਨੇਤ ਅਨੁਸਾਰ ਹੈ ਤਾਂ ਉਦਮ ਕਰੇ, ਮਿਹਨਤ ਕਰੇ ਤੇ ਚੰਗੇ ਮੁਕਾਮ ਨੂੰ ਹਾਸਲ ਕਰੇ। ਪਰ ਇਹ ਨਹੀਂ ਕਿ ਉਹ ਤਨ ਦਾ ਤਾਂ ਬਹੁਤਾ ਗਰੀਬ ਹੋਵੇ, ਧਨ ਉਹਦੇ ਕੋਲੇ ਬਹੁਤ ਹੋਵੇ, ਮਨ ਦੀ ਗਰੀਬੀ ਨਾ ਹੋਵੇ, ਮਨ ਦਾ ਹੰਕਾਰੀ ਹੋਵੇ। ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਗਰੀਬੀ ਨੂੰ ਬਹੁਤ ਵੱਡਾ ਹਥਿਆਰ ਦੱਸਿਆ। ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ, ਇਸ ਆਗੈ ਕੋ ਨਾ ਟਿਕੈ ਵੇਕਾਰੀ।
ਵੱਡੇ ਵੱਡੇ ਵਿਕਾਰੀ, ਵੱਡੇ ਵੱਡੇ ਵਿਕਾਰ ਇਹਦੇ ਅੱਗੇ ਟਿਕ ਨਹੀਂ ਸਕਦੇ। ਜਿਹੜੀ ਗਰੀਬੀ ਰੂਪੀ ਗੁਰਜ ਆ ਸਾਡੇ ਕੋਲੇ, ਗਦਾ ਹੈ। ਇਹ ਭਲਵਾਨ ਨਹੀਂ ਗੁਰਜਾਂ ਚੁੱਕਦੇ ਹੁੰਦੇ। ਸੋ ਉਹ ਇੱਕ ਹਥਿਆਰ ਹੈ ਜੰਗ ਦੇ ਵਿੱਚ ਵਰਤਿਆ ਜਾਣ ਵਾਲਾ। ਸਤਿਗੁਰੂ ਜੀ ਕਹਿੰਦੇ ਸਾਡੇ ਕੋਲੇ ਗਰੀਬੀ ਰੂਪੀ, ਗੁਰੂ ਕੇ ਸਿੱਖ ਕੋਲੇ ਮਨ ਦੀ ਗਰੀਬੀ ਰੂਪੀ ਜਿਹੜੀ ਗਦਾ ਹੋਵੇ। ਗਰੀਬੀ ਗਦਾ ਹਮਾਰੀ, ਖੰਨਾ ਨਾਮ ਹੈ ਖੰਡੇ ਦਾ, ਖੰਨਾ ਸਗਲ ਰੇ ਨਿਸ਼ਾਰੀ। ਸੋ ਜਿਹੜਾ ਖੰਡਾ ਹੈ ਉਹ ਸਾਰਿਆਂ ਦੀ ਚਰਨ ਧੂੜ ਹੋਣਾ, ਭਾਵ ਨਿਮਰਤਾ ਦੇ ਵਿੱਚ ਰਹਿਣਾ। ਨਿਮਰਤਾ ਵਾਲਾ ਜਿਹੜਾ ਖੰਡਾ ਜਦੋਂ ਤੁਹਾਡੇ ਕੋਲ ਹੋਵੇਗਾ ਤਾਂ ਸਤਿਗੁਰੂ ਕਹਿੰਦੇ ਇਸ ਆਗੈ ਕੋ ਨਾ ਟਿਕੈ ਵਿਕਾਰੀ, ਗੁਰਪੂਰੈ ਇਹ ਗੱਲ ਸਾਰੀ। ਇਹ ਸ੍ਰੇਸ਼ਟ ਗੱਲ, ਇਹ ਸ੍ਰੇਸ਼ਟ ਉਪਦੇਸ਼, ਇਹ ਸ੍ਰੇਸ਼ਟ ਸਿੱਖਿਆ ਪੂਰਨ ਗੁਰਾਂ ਤੋਂ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗਰੀਬੀ ਵਾਲੇ ਬੋਲ ਰੱਖੇ। ਇਹ ਨਹੀਂ ਕਿ ਤਨ ਤੋਂ ਤਾਂ ਬਹੁਤ ਅਮੀਰ ਹੋਵੇ, ਧਨ ਬਹੁਤਾ ਹੋਵੇ, ਹੰਕਾਰੀ ਬੋਲ ਬੋਲੇ। ਨਹੀਂ, ਹੰਕਾਰੀ ਬੋਲ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਿਸ਼ਕਾਮਤਾ, ਨਿਰਮਾਨਤਾ ਦੇ ਵਿੱਚ ਗੁਰੂ ਕਾ ਸਿੱਖ ਹਮੇਸ਼ਾ ਰਹੇ। ਜਗ ਛੋਡੈ ਖੰਡੇ ਚਰਨ, ਪਹੁਲ ਸਿੱਖਾਂ ਸਾਰ। ਹਾਂਜੀ, ਜਿਹੜੀ ਸਾਰ ਸ੍ਰੇਸ਼ਟ ਖੰਡੇ ਬਾਟੇ ਦੀ ਪਾਹੁਲ ਹੈ, ਗੁਰੂ ਕਾ ਅੰਮ੍ਰਿਤ ਹੈ, ਇਹਨੂੰ ਸ੍ਰੇਸ਼ਟ ਜਾਣ ਕਰਕੇ ਗੁਰੂ ਕਾ ਸਿੱਖ ਛਕ ਲਵੇ। ਤੇ ਜੇ ਚਰਨ ਵਾਹਿਗੁਰੂ ਖੰਡੇ ਬਾਟੇ ਦਾ ਅੰਮ੍ਰਿਤ ਨਾ ਛਕਿਆ ਜਾਵੇ ਤੇ ਘੱਟੋ ਘੱਟ ਗੁਰੂ ਕੇ ਚਰਨਾਂ ਦੀ ਪਾਹੁਲ ਜ਼ਰੂਰ ਲਵੇ, ਚਰਨ ਪਾਹੁਲ ਲਵੇ। ਕਿਉਂਕਿ ਗੁਰੂ ਸਾਹਿਬ ਦੇ ਸਰੀਰਕ ਜਾਮੇ ਤੱਕ ਦੋਵੇਂ ਮਰਿਆਦਾਵਾਂ ਹੀ ਚੱਲਦੀਆਂ ਸਨ। ਕਹਿੰਦੇ ਸ੍ਰੇਸ਼ਟ ਜਾਣ ਕੇ ਖੰਡੇ ਦੀ ਪਾਹੁਲ ਲਵੇ ਅਵਲ ਤਾਂ, ਤੇ ਨਹੀਂ ਤਾਂ ਚਰਨ ਪਾਹੁਲ ਲਵੇ। ਤੇ ਇਸ ਚਰਨ ਪਾਹੁਲ ਲੈਣ ਵਿੱਚ ਜਾਂ ਅੰਮ੍ਰਿਤ ਛਕਣ ਦੇ ਵਿੱਚ ਜੇਕਰ ਸੰਸਾਰ ਕੋਈ ਅੜਿੱਕਾ ਬਣਦਾ ਤਾਂ ਜੱਗ ਛੋਡੈ, ਸੰਸਾਰ ਨੂੰ ਛੱਡ ਦੇਵੇ। ਭਾਵ ਜੇ ਤੇਰਾ ਪਰਿਵਾਰ, ਤੇਰੇ ਰਿਸ਼ਤੇਦਾਰ, ਤੇਰੇ ਸਕੇ ਸੰਬੰਧੀ ਕਹਿੰਦੇ ਐ ਵੀ ਤੂੰ ਇਹ ਕਿੱਧਰ ਨੂੰ ਚੱਲਿਆ, ਅੰਮ੍ਰਿਤ ਛਕ ਕੇ ਸਿੰਘ ਸਜਣ ਲੱਗਿਆ, ਫਿਰ ਕਹਿੰਦੇ ਤੂੰ ਉੱਥੇ ਖੰਡੇ ਦੀ ਪਾਹੁਲ ਨੂੰ ਸ੍ਰੇਸ਼ਟ ਜਾਣਨਾ, ਇਹਨੂੰ ਉੱਤਮ ਵਸਤੂ ਜਾਣਨਾ ਹੈ। ਤੇ ਜਿਹੜੇ ਦੁਨਿਆਵੀ ਤੇਰੇ ਰਿਸ਼ਤੇ ਐ ਉਹਨਾਂ ਨੂੰ ਤੂੰ ਸੈਕੰਡਰੀ ਕਰ ਦੇਣਾ, ਉੱਥੇ ਦੂਜੇ ਨੰਬਰ 'ਤੇ ਰੱਖ ਦੇਣਾ। ਪਹਿਲ ਗੁਰੂ ਕੇ ਅੰਮ੍ਰਿਤ ਛਕਣ ਨੂੰ ਦੇਣੀ ਹੈ। ਤੇ ਇਸ ਪ੍ਰਕਾਰ ਸ੍ਰੇਸ਼ਟ ਜਾਣ ਕਰਕੇ, ਕਿਉਂਕਿ ਕੱਲ੍ਹ ਵੀ ਆਪਾਂ ਇਹ ਵਿਚਾਰ ਕੀਤੀ ਸੀ ਕਿ ਉਹ ਅੰਮ੍ਰਿਤ ਸਤਿਗੁਰਾਂ ਨੇ ਸਾਨੂੰ ਬਖਸ਼ਿਆ, ਜਿਸ ਅੰਮ੍ਰਿਤ ਨੂੰ ਸ਼ਾਹ ਸਿਕੰਦਰ ਵਰਗੇ ਲੱਭਦੇ ਮਰ ਗਏ, ਉਹਨਾਂ ਨੂੰ ਨਸੀਬ ਨਾ ਹੋਇਆ ਛਕਣਾ, ਕਿਉਂਕਿ ਉਹਨਾਂ ਦੇ ਭਾਗਾਂ ਵਿੱਚ ਨਹੀਂ ਸੀ। ਇਸੇ ਪ੍ਰਕਾਰ ਦੇਵੀ ਦੇਵਤਿਆਂ ਨੂੰ ਆਪਾਂ ਮਨੁੱਖਾ ਜਨਮ ਤੋਂ ਸ੍ਰੇਸ਼ਟ ਮੰਨਦੇ ਹਾਂ, ਪਰ ਉਹ ਵੀ ਇਸ ਅੰਮ੍ਰਿਤ ਦੀ ਭਾਲ ਦੇ ਵਿੱਚ ਖਪਦੇ ਮਰ ਗਏ, ਲੱਭਦੇ ਮਰ ਗਏ, ਇੱਕ ਦੂਜੇ ਨਾਲ ਲੜ ਕੇ, ਲੜਾਈ ਝਗੜੇ ਕਰਕੇ ਸਮੁੰਦਰ ਮਥਨ ਤੋਂ ਬਾਅਦ ਜਦੋਂ ਅੰਮ੍ਰਿਤ ਨਿਕਲਿਆ ਤੇ ਛਕ ਉਹਨਾਂ ਵਿੱਚੋਂ ਕੋਈ ਨਾ ਸਕਿਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੋ ਉਹ ਅੰਮ੍ਰਿਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਭਾਈ। ਇਹ ਖੰਡੇ ਬਾਟੇ ਦਾ ਅੰਮ੍ਰਿਤ ਹਰ ਗੁਰੂ ਕਾ ਸਿੱਖ ਸ਼ਰਧਾ ਭਾਵਨਾ ਨਾਲ ਜ਼ਰੂਰ ਛਕੇ, ਕਿਉਂਕਿ ਇਹ ਸਤਿਗੁਰਾਂ ਦਾ ਹੁਕਮ ਹੈ। ਇਹ ਨਹੀਂ ਕਿ ਸਿਰਫ ਗੁਰੂ ਘਰ ਵਿੱਚ ਰਹਿਣ ਵਾਲਿਆਂ ਨੂੰ ਜਾਂ ਕੁਝ ਕੁ ਵਿਅਕਤੀਆਂ ਨੂੰ ਸਤਿਗੁਰ ਨੇ ਹੁਕਮ ਕੀਤਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਨਹੀਂ, ਹਰ ਇੱਕ ਸਿੱਖ ਦੇ ਲਈ ਇਹ ਸਤਿਗੁਰਾਂ ਨੇ ਜ਼ਰੂਰੀ ਕਰਾਰ ਦਿੱਤਾ ਹੈ ਕਿ ਹਰ ਇੱਕ ਪ੍ਰਾਣੀ ਗੁਰੂ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ। ਕਿਉਂਕਿ ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਬੰਦੇ ਦਾ ਤਾਂ ਸਤਿਗੁਰੂ ਜੀ ਕਹਿੰਦੇ ਨਾਂ ਵੀ ਲੈਣਾ ਬੁਰਾ ਹੈ। ਤੇ ਇਸ ਕਰਕੇ ਨਿਗੁਰੇ ਨਾ ਰਹੀਏ, ਗੁਰੂ ਵਾਲੇ ਬਣੀਏ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਕੋਈ ਮੁਕਤੀ ਦਾਤਾ ਨਹੀਂ ਹੋ ਸਕਦਾ ਸਾਡਾ। ਅਸੀਂ ਆਪਣੇ ਆਪ ਵਿੱਚ ਭਾਵੇਂ ਜਿੰਨੇ ਮਰਜ਼ੀ ਸਿਆਣੇ ਬਣੇ ਜਾਈਏ, ਜਿੰਨਾ ਮਰਜ਼ੀ ਆਪਾਂ ਲਾਈਟਾਂ ਦਾ, ਰੌਸ਼ਨੀ ਦਾ ਪ੍ਰਬੰਧ ਕਰ ਲਈਏ, ਪਰ ਗੁਰੂ ਦੇ ਗਿਆਨ ਤੋਂ ਬਿਨਾਂ ਤਾਂ ਹਨੇਰਾ ਹੀ ਆ ਨਾ। ਗੁਰ ਬਿਨ ਘੋਰ ਅੰਧਾਰ ਹੈ, ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। 100 ਚੰਦਰਮਾ ਚੜ੍ਹ ਜਾਣ, ਇੱਕ ਚੰਦਰਮਾ ਦਾ ਕਿੰਨਾ ਪ੍ਰਕਾਸ਼ ਹੁੰਦਾ, ਲਾਈਟ ਹੁੰਦੀ ਹੈ, ਰੌਸ਼ਨੀ ਹੁੰਦੀ ਹੈ, ਜੋਤੀ ਹੁੰਦੀ ਹੈ। ਤੇ ਇਸੇ ਪ੍ਰਕਾਰ ਹਜ਼ਾਰਾਂ ਸੂਰਜ ਚੜ੍ਹ ਜਾਣ, ਇੱਕ ਸੂਰਜ ਚੜ੍ਹਦਾ ਤੇ ਪੂਰੀ ਇਹ ਧਰਤੀ ਨੂੰ ਚਮਕਾ ਛੱਡਦਾ ਹੈ। ਤੇ ਗੁਰੂ ਪਿਆਰਿਓ, ਜੇਕਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਅਗਿਆਨਤਾ ਦਾ ਹਨੇਰਾ ਨਾ, ਉਹ ਗੁਰੂ ਤੋਂ ਬਿਨਾਂ ਦੂਰ ਨਹੀਂ ਕਰ ਸਕਦਾ ਕੋਈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ।
ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਸਾਡੇ ਨੇਤਰਾਂ ਦੇ ਵਿੱਚ ਪਾਉਣਗੇ, ਸਾਡੇ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਜਦੋਂ ਗਿਆਨ ਦਾ ਸੁਰਮਾ ਪਵੇਗਾ ਤੇ ਫਿਰ ਸਾਧ ਸੰਗਤ ਜੀ ਅਗਿਆਨਤਾ ਦਾ ਹਨੇਰਾ ਖਤਮ ਹੋਵੇਗਾ। ਗੁਰੂ ਹੀ ਗਿਆਨ, ਗੁਰੂ ਹੀ ਚਾਨਣਾ ਬਖਸ਼ ਸਕਦਾ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਕਰਮ ਦੇ ਨਾਲ, ਵੱਡੇ ਭਾਗਾਂ ਦੇ ਨਾਲ ਜਾਂ ਸਤਿਗੁਰਾਂ ਦੀ ਰਹਿਮਤ ਦੇ ਨਾਲ ਇਹ ਗੁਰੂ ਕੀ ਬਾਣੀ, ਗੁਰੂ ਕਾ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਇਹਦੀ ਪ੍ਰਾਪਤੀ ਹੋਇਆ ਕਰਦੀ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੇ ਅੰਮ੍ਰਿਤ ਨੂੰ ਸ੍ਰੇਸ਼ਟ ਜਾਣ ਕਰਕੇ ਗੁਰੂ ਕਾ ਸਿੱਖ ਪਹਿਲ ਦੇਵੇ ਕਿ ਮੈਂ ਅੰਮ੍ਰਿਤ ਜ਼ਰੂਰ ਛਕਣਾ। ਅਤੇ ਜੇਕਰ ਜਗਤ ਸੰਸਾਰ ਇਹਦੇ ਵਿੱਚ ਕੋਈ ਅੜਿੱਕਾ ਬਣਦਾ ਹੈ, ਕੋਈ ਵਾਧਾ ਬਣਦਾ ਹੈ, ਕੋਈ ਰੁਕਾਵਟ ਬਣਦਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਗੁਰੂ ਕਾ ਸਿੱਖ ਉਸ ਵੇਲੇ ਜਗਤ ਨੂੰ ਛੱਡ ਦੇਵੇ, ਸੰਸਾਰ ਨੂੰ ਛੱਡ ਦੇਵੇ। ਜਗ ਛੋੜੈ ਖੰਡੇ ਚਰਨ, ਪਾਹੁਲ ਸਿੱਖਾਂ ਸਾਰ। ਗੁਰੂ ਕੇ ਸਿੱਖਾਂ ਨੇ ਗੁਰੂ ਕੇ ਚਰਨਾਂ ਦੀ ਪਾਹੁਲ ਨੂੰ, ਗੁਰੂ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਪਾਹੁਲ ਨੂੰ ਇਹ ਸ੍ਰੇਸ਼ਟ ਕਰਕੇ ਮੰਨਣਾ ਹੈ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਭਾਈ ਤੀਰਥਾ ਜੀ, ਜਿਨ੍ਹਾਂ ਨੂੰ ਭਾਈ ਮੰਝ ਜੀ ਵੀ ਆਖਿਆ ਜਾਂਦਾ ਹੈ, ਜਿਸ ਵੇਲੇ ਉਹ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਵੱਡੇ ਭਾਗਾਂ ਦੇ ਨਾਲ, ਪਹਿਲਾਂ ਸਖੀ ਸਰਵਰ ਦੇ ਲਾਲਾਂ ਵਾਲੇ ਦੇ ਚੇਲੇ ਸਨਗੇ ਉਹ, ਅਤੇ ਜਿਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਭਾਵਨਾ ਕਰਕੇ ਇਹ ਭਾਈ ਤੀਰਥਾ ਹਾਜ਼ਰ ਹੋਇਆ ਨਾ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸ਼ਰਧਾ ਭਾਵਨਾ ਵਿੱਚ ਆ ਕੇ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੀ ਸਿੱਖੀ ਬਖਸ਼ੋ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਤੀਰਥਾ ਜੀ, ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਹੁੰਦੀ ਕਦੇ ਵੀ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਜੇ ਭਾਂਡੇ ਵਿੱਚ ਕੋਈ ਵਸਤੂ ਪਵਾਉਣੀ ਹੈ, ਪਹਿਲੀ ਵਸਤੂ ਨੂੰ ਕੱਢਣਾ ਪਵੇਗਾ। ਭਾਂਡਾ ਖਾਲੀ ਕਰਕੇ ਆ, ਭਾਵ ਸਖੀ ਸਰਵਰ ਦੀ ਪੂਜਾ ਛੱਡ ਦੇ, ਫਿਰ ਤੂੰ ਗੁਰੂ ਕਾ ਸਿੱਖ ਬਣ ਸਕੇਗਾ। ਇੱਕ ਮਿਆਨ ਵਿੱਚ ਦੋ ਤਲਵਾਰਾਂ ਤਾਂ ਨਹੀਂ ਠਹਿਰ ਸਕਦੀਆਂ, ਕਹਿੰਦੇ ਇੱਕੋ ਹੀ ਰਹਿੰਦੀ ਹੁੰਦੀ ਹੈ। ਔਰ ਦੋ ਬੇੜੀਆਂ ਦਾ ਸਵਾਰ ਕਦੇ ਤਰਦਾ ਤਾਂ ਨਹੀਂ ਹੁੰਦਾ, ਉਹ ਤਾਂ ਡੁੱਬ ਜਾਂਦਾ ਹੈ, ਉਹਦਾ ਪਾਰ ਉਤਾਰਾ ਕਿਵੇਂ ਹੋਵੇਗਾ। ਸਤਿਗੁਰੂ ਕਹਿੰਦੇ ਇੱਕ ਬੇੜੀ ਵਿੱਚ ਆ ਜਾ। ਜੇ ਗੁਰੂ ਕੀ ਸਿੱਖੀ ਲੈਣੀ ਹੈ ਤਾਂ ਸਖੀ ਸਰਵਰ ਦੀ ਪੂਜਾ ਛੱਡ ਦੇ। ਇਹਨੇ ਕੀ ਕੀਤਾ, ਆਪਣੇ ਘਰ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਜੋ ਇਹਦੀ ਘਰ ਦੇ ਵਿੱਚ ਸਖੀ ਸਰਵਰ ਦੀ ਨੇ ਸਮਾਧ ਬਣਾਈ ਹੋਈ ਸੀ, ਔਰ ਉਹ ਸਖੀ ਸਰਵਰੀਆਂ ਦੇ ਜਥੇ ਦਾ ਇਹ ਜਥੇਦਾਰ ਸੀ, ਉਹਨਾਂ ਦਾ ਆਗੂ ਸੀ, ਮੁਖੀ ਸੀ ਸਖੀ ਸਰਵਰ ਦੇ, ਜਿਹੜੇ ਇਹ ਪੂਜਾ ਕਰਦੇ ਸਨ, ਪੂਜਾ ਕਰਨ ਜਾਂਦੇ ਸਨ ਲੋਕ। ਘਰ ਪਰਿਵਾਰ ਬੜਾ ਕੱਟੜ ਫੈਨ ਸੀ ਸਖੀ ਸਰਵਰ ਦਾ, ਬੜੇ ਕੱਟੜ ਪੁਜਾਰੀ ਸਨ। ਤਾਂ ਉਹਨਾਂ ਸਾਰਿਆਂ ਨੇ ਆਖਿਆ, ਆਂਢ ਗੁਆਂਢ ਨੇ ਆਖਿਆ, ਭਾਈ ਤੀਰਥਿਆ ਤੇਰਾ ਦਿਮਾਗ ਖਰਾਬ ਹੋ ਗਿਆ ਲੱਗਦਾ, ਗੁਰੂ ਤੋਂ ਪਤਾ ਨਹੀਂ ਕਿਹੜੀ ਗੱਲ ਸੁਣ ਆਇਆ ਤੂੰ, ਅਤੇ ਇਹ ਤੂੰ ਸਖੀ ਸਰਵਰ ਦੀ ਪੂਜਾ ਕਰਦਾ ਹੁੰਦਾ ਸੀ, ਇੰਨੀ ਭਾਵਨਾ ਰੱਖਦਾ ਹੁੰਦਾ ਸੀ, ਤੂੰ ਉਹਦੀ ਸਮਾਧ ਢਾਉਣ ਲੱਗਿਆ। ਸਖੀ ਸਰਵਰ ਤੇਰਾ ਗੇੜਾ ਪੁੱਠਾ ਦੇ ਦੇਵੇਗਾ, ਤੇਰਾ ਸਭ ਕੁਝ ਤਬਾਹ ਕਰ ਦੇਵੇਗਾ। ਇਹਨੇ ਆਖਿਆ ਜੋ ਤਬਾਹ ਹੁੰਦਾ ਹੋ ਜਾਣ ਦਿਓ, ਪਰ ਗੁਰੂ ਕੀ ਸਿੱਖੀ ਮੇਰੇ ਵਾਸਤੇ ਸ੍ਰੇਸ਼ਟ ਹੈ, ਮੈਂ ਗੁਰੂ ਕਾ ਸਿੱਖ ਬਣਨਾ ਚਾਹੁੰਦਾ ਹਾਂ। ਸੋ ਘਰ ਪਰਿਵਾਰ ਰਿਸ਼ਤੇਦਾਰ ਸਾਰੇ ਕਹਿੰਦੇ ਤੇਰਾ ਭਾਂਡਾ ਟੀਂਡਾ ਤਿਆਗ ਦਿਆਂਗੇ, ਤੈਨੂੰ ਛੱਡ ਦੇਵਾਂਗੇ, ਤੈਨੂੰ ਬਰਾਦਰੀ ਵਿੱਚੋਂ ਕੁੱਲ ਦੇ ਵਿੱਚੋਂ ਛੇਕ ਦਿੱਤਾ ਜਾਵੇਗਾ। ਕਹਿੰਦਾ ਜੇ ਗੁਰੂ ਕੀ ਸਿੱਖੀ ਮੈਨੂੰ ਤੁਹਾਨੂੰ ਸਭ ਨੂੰ ਛੱਡਣ ਕਰਕੇ ਮਿਲਦੀ ਹੈ ਤਾਂ ਵੀ ਮੇਰੇ ਵਾਸਤੇ ਸ੍ਰੇਸ਼ਟ ਹੈ, ਉੱਤਮ ਹੈ। ਸੋ ਇਸ ਪ੍ਰਕਾਰ ਭਾਈ ਤੀਰਥਾ ਜੀ ਨੇ, ਭਾਈ ਮੰਝ ਜੀ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ, ਜਿਨ੍ਹਾਂ ਨੇ ਬਾਅਦ ਵਿੱਚ ਬੜਾ ਸਿਦਕ ਕਮਾਇਆ। ਅੱਗੇ ਇਤਿਹਾਸਕ ਸਾਖੀ ਆਪ ਜੀ ਜਾਣਦੇ ਹੋਵੋਗੇ ਕਿ ਗੁਰੂ ਕੇ ਲੰਗਰ ਦੀਆਂ ਲੱਕੜਾਂ ਲਿਆਉਣ ਵੇਲੇ ਜਿਸ ਵੇਲੇ ਇਹ ਭਾਈ ਮੰਝ ਖੂਹ ਦੇ ਵਿੱਚ ਗਿਰ ਗਿਆ ਸੀ, ਹਨੇਰੀ ਦੇ ਵਿੱਚ, ਹਨੇਰੇ ਦੇ ਵਿੱਚ ਪਤਾ ਨਹੀਂ ਲੱਗਿਆ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਨੰਗੇ ਚਰਨੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਸੁਲਤਾਨਵਿੰਡ ਉੱਥੇ ਖੂਹ ਦੇ ਕੋਲ ਪਹੁੰਚੇ ਸਨ, ਅਤੇ ਭਾਈ ਮੰਝ ਜੀ ਨੂੰ ਆਖਿਆ ਸੀ, ਭਾਈ ਮੰਝ ਲੱਕੜਾਂ ਦੀ ਜਿਹੜੀ ਪੰਡ ਤੇਰੇ ਸਿਰ ਦੇ ਉੱਪਰ ਰੱਖੀ ਹੈ, ਪਾਣੀ ਵਿੱਚ ਭੇਜਣ ਨਹੀਂ ਦਿੱਤੀ ਗੁਰੂ ਕੇ ਸਿੱਖ ਨੇ, ਕਿਤੇ ਸੇਵਾ ਦੇ ਵਿੱਚ ਵਿਘਨ ਨਾ ਪੈ ਜਾਵੇ। ਤਾਂ ਸਤਿਗੁਰੂ ਜੀ ਕਹਿੰਦੇ ਇਹ ਲੱਕੜਾਂ ਨੂੰ ਪਾਸੇ ਰੱਖਦੇ ਆ, ਰੱਸਾ ਫੜ ਤੇ ਬਾਹਰ ਆ, ਅਤੇ ਬੇਨਤੀ ਕੀਤੀ, ਨਹੀਂ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਦੀ ਸੇਵਾ ਵਿੱਚ ਵਿਘਨ ਨਾ ਪਵੇ, ਆਪ ਜੀ ਦੀ ਸੰਗਤ ਦੇ ਵਾਸਤੇ ਮੈਂ ਜਿਹੜੀਆਂ ਲੱਕੜਾਂ ਜੰਗਲ ਦੇ ਵਿੱਚੋਂ ਲੈ ਕੇ ਆਇਆ, ਸੋ ਇਹਨਾਂ ਨੂੰ ਆਪ ਜੀ ਕਿਰਪਾ ਕਰੋ, ਪਹਿਲਾਂ ਲੱਕੜਾਂ ਨੂੰ ਬਾਹਰ ਕੱਢ ਲਓ, ਬਾਅਦ ਵਿੱਚ ਮੈਂ ਆਵਾਂਗਾ। ਫਿਰ ਸਤਿਗੁਰਾਂ ਨੇ ਭਾਈ ਪਹਿਲਾਂ ਉਹ ਲੱਕੜਾਂ ਦੀ ਗੱਠ ਬਾਹਰ ਕੱਢੀ, ਅਤੇ ਇਸੇ ਤਰ੍ਹਾਂ ਭਾਈ ਮੰਝ ਨੂੰ, ਭਾਈ ਤੀਰਥੇ ਨੂੰ, ਦੋਵੇਂ ਨਾਮ ਇੱਕੋ ਹੀ ਗੁਰਸਿੱਖ ਦੇ ਹੈ। ਸੋ ਮੰਝ ਜਿਵੇਂ ਕਹਿ ਲਓ ਵੀ ਸਰਨੇਮ ਸੀ ਇਹਨਾਂ ਦਾ, ਅਤੇ ਜ਼ਿਆਦਾਤਰ ਭਾਈ ਮੰਝ ਜੀ ਕਰਕੇ, ਭਾਈ ਤੀਰਥਾ ਕਰਕੇ ਆਪਾਂ ਘੱਟ ਜਾਣਦੇ ਹਾਂ।
ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਭਾਈ ਮੰਝ ਜੀ ਨੂੰ ਬਾਹਰ ਕੱਢਿਆ ਤੇ ਨਾਲ ਹੀ ਛਾਤੀ ਨਾਲ ਲਾ ਕੇ ਬਚਨ ਕੀਤਾ, ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਕਹਿੰਦੇ ਐ ਗੁਰੂ ਕੇ ਸਿੱਖਾ, ਤੂੰ ਤਾਂ ਇੱਕ ਬੋਹਿਤ ਦੀ ਤਰ੍ਹਾਂ, ਜਹਾਜ਼ ਦੀ ਤਰ੍ਹਾਂ, ਜਿਹੜਾ ਵੀ ਤੇਰੀ ਸੰਗਤ ਵਿੱਚ ਆਵੇਗਾ ਤੂੰ ਆਪ ਤਾਂ ਪਾਰ ਹੋਣਾ ਹੀ ਹੈ, ਉਹ ਵੀ ਸਾਰੇ ਤੇਰੇ ਸੰਗੀ ਵੀ ਪਾਰ ਹੋ ਜਾਣਗੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਬਾਅਦ ਵਿੱਚ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਕੰਗਮਾਈ ਨਗਰ ਹੈ ਇੱਕ, ਉੱਥੇ ਇਹ ਭਾਈ ਮੰਝ ਜੀ ਕਾਫੀ ਸਮਾਂ ਰਹੇ। ਆਪਣੇ ਅੰਤਮ ਸਮੇਂ ਤੱਕ ਇਹਨਾਂ ਨੇ ਬੜੀ ਰੱਜ ਕੇ ਗੁਰੂ ਘਰ ਦੀ ਦੇਗ ਤੇਗ ਦੀ ਸੇਵਾ ਕਮਾਈ, ਗੁਰੂ ਕੇ ਲੰਗਰ ਚੱਲਦੇ ਰਹੇ। ਸੋ ਮਹਾਨ ਸੇਵਾਵਾਂ ਇਹ ਗੁਰੂ ਕੇ ਸਿੱਖ ਦੀਆਂ, ਜਿਹਨੇ ਗੁਰੂ ਕੀ ਸਿੱਖੀ ਨੂੰ ਸ੍ਰੇਸ਼ਟ ਜਾਣਿਆ, ਜੱਗ ਨੂੰ ਸੰਸਾਰ ਨੂੰ ਉਹਨਾਂ ਨੇ ਪਛਾਣ ਕਰ ਦਿੱਤਾ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜੇ ਐਸਾ ਸਮਾਂ ਬਣ ਆਵੇ ਤੈਨੂੰ ਗੁਰੂ ਕਿ ਅੰਮ੍ਰਿਤ ਅਤੇ ਰਿਸ਼ਤੇਦਾਰਾਂ ਸਕੇ ਸੰਬੰਧੀਆਂ, ਸੰਸਾਰ ਤੇ ਨਿਰੰਕਾਰ ਇੱਕ ਵਿੱਚੋਂ ਜੇ ਤੈਨੂੰ ਚੋਣ ਕਰਨੀ ਪੈ ਜਾਵੇ ਤਾਂ ਤੂੰ ਨਿਰੰਕਾਰ ਦੀ ਚੋਣ ਕਰਨੀ ਹੈ। ਜੱਗ ਤੇ ਰੱਬ ਦੇ ਵਿੱਚੋਂ ਇੱਕ ਚੁਣਨਾ ਪੈ ਜਾਵੇ ਤਾਂ ਰੱਬ ਨੂੰ ਚੁਣਨਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਇਹ ਦੁਨੀਆ ਨਾ ਸਾਲਾਹੇ ਜੋ ਮਰ ਵੰਝਸੀ, ਸੋ ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਕਹਿੰਦੇ ਇਹ ਲੋਕਾਂ ਦੀ ਸਲਾਹ ਉਸਤਤ ਸਿਫਤ ਕਰਦਾ ਕੀ ਕਰੇਗਾ, ਇਹ ਤਾਂ ਸਭ ਨਾਸ਼ ਹੋਣ ਵਾਲੇ ਹੀ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਜਾ, ਅੰਮ੍ਰਿਤ ਨੂੰ ਸ੍ਰੇਸ਼ਟ ਜਾਣੇ, ਗੁਰੂ ਕਾ ਸਿੱਖ ਭਾਵੇਂ ਉਹਨੂੰ ਜੱਗ ਛੱਡਣਾ ਪੈ ਜਾਏ। ਬਾਹੁਲ ਖੰਡੇ ਕੀ ਹੋਏ ਜਿਸ ਚਰਨਨ ਕੀ ਨਹਿ ਧਾਰ। ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਪਹਿਲਾਂ ਤੋਂ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ, ਉਹਦੇ ਵਾਸਤੇ ਫਿਰ ਜ਼ਰੂਰੀ ਨਹੀਂ ਵੀ ਉਹ ਚਰਨ ਪਾਹੁਲ ਲਵੇ। ਦੋਵਾਂ ਦੇ ਵਿੱਚੋਂ ਇੱਕੋ ਹੀ ਚੀਜ਼ ਜ਼ਰੂਰੀ ਹੈ। ਹਾਂ, ਕਹਿੰਦੇ ਜੇ ਪਹਿਲਾਂ ਉਹ ਅੰਮ੍ਰਿਤਧਾਰੀ ਆ, ਖੰਡੇ ਦੀ ਪਾਹੁਲ ਉਹਨੇ ਲਈ ਹੋਈ ਹੈ, ਤਾਂ ਫਿਰ ਉਹਨੂੰ ਚਰਨ ਪਾਹੁਲ ਲੈਣ ਦੀ ਲੋੜ ਨਹੀਂ। ਜੇ ਚਰਨ ਪਾਹੁਲ ਲਈ ਹੋਈ ਹੈ ਤਾਂ ਫਿਰ ਉਹ ਗੁਰੂ ਕਾ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛਕ ਸਕਦਾ ਹੈ। ਚਰਨ ਪਾਹੁਲੀ ਖੰਡ ਦੇ ਸਿੱਖ ਕਾ ਨਾਤਾ ਮਾਨ। ਹਾਂ, ਜਿਹਨੇ ਚਰਨ ਪਾਹੁਲ ਲਈ ਹੋਈ ਆ ਨਾ, ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਪਾਹੁਲੀ ਖੰਡ ਦੇ, ਉਹਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਪਾਹੁਲ ਦੇ ਦਿੱਤੀ ਜਾਵੇ, ਸਿੱਖ ਕਾ ਨਾਤਾ ਮਾਨ। ਤੇ ਇਸ ਪ੍ਰਕਾਰ ਜਿਹਨੇ ਚਰਨ ਪਾਹੁਲ ਵੀ ਲਈ ਹੋਈ ਹੈ ਤੇ ਦੂਜੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ, ਫਿਰ ਵੀ ਉਹਨਾਂ ਦਾ ਆਪਸ ਦੇ ਵਿੱਚ ਗੁਰਸਿੱਖੀ ਵਾਲਾ ਨਾਤਾ, ਗੁਰਸਿੱਖੀ ਵਾਲਾ ਰਿਸ਼ਤਾ ਮੰਨੇ ਗੁਰੂ ਕਾ ਸਿੱਖ। ਜਹਾਂ ਨਾ ਹੋਵੇ ਤਹਿ ਕਰੋ ਵੈ ਤੂੰ ਆਪਣੀ ਸ਼ਾਨ। ਹਾਂ, ਕਹਿੰਦੇ ਜਿਹਨੇ ਦੋਵਾਂ ਦੇ ਵਿੱਚੋਂ ਕੁਝ ਵੀ ਨਾ ਛਕਿਆ ਹੋਵੇ, ਨਾ ਚਰਨ ਪਾਹੁਲ ਲਈ ਹੋਵੇ, ਨਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉੱਥੇ ਦੋਵਾਂ ਵਿੱਚ ਜੋ ਵੀ ਉਪਲਬਧਤਾ ਹੋਵੇ, ਜੋ ਵੀ ਬਣ ਆਉਂਦਾ ਹੋਵੇ, ਚਾਹੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਜੇ ਸੰਭਵ ਹੋਵੇ ਤਾਂ ਅੰਮ੍ਰਿਤ ਛਕਾਵੇ, ਤੇ ਜੇ ਚਰਨ ਪਾਹੁਲ ਦੇਣੀ ਸੰਭਵ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸ ਭਾਵਨਾ ਵਾਲੇ ਜੀਵ ਨੂੰ, ਭਾਵਨਾ ਵਾਲੇ ਵਿਅਕਤੀ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਦੋਵਾਂ ਦੇ ਵਿੱਚੋਂ ਇੱਕ ਦੇ ਕੇ ਤੇ ਸਿੱਖ ਬਣਾ ਲਵੇ, ਸਿੱਖ ਬਣਾ ਲਵੇ ਵਹਿ ਤੋਂ ਆਪਣੀ ਸ਼ਾਨ। ਤੇ ਦੋਵਾਂ ਵਿੱਚੋਂ ਜਿਹਨੇ ਕੋਈ ਵੀ ਪਾਹੁਲ ਪ੍ਰਾਪਤ ਕੀਤੀ ਹੈ, ਚਰਨ ਪਾਹੁਲ ਜਾਂ ਖੰਡੇ ਬਾਟੇ ਦੀ ਪਾਹੁਲ, ਉਹਨੂੰ ਆਪਣੀ ਸ਼ਾਨ, ਆਪਣੇ ਵਰਗਾ ਹੀ ਜਾਣਨਾ, ਆਪਣੇ ਬਰਾਬਰ ਜਾਣਨਾ ਹੈ। ਦਸ ਨ ਭੇਦ ਨ ਹੈ, ਭੇਦ ਨ ਪਿਤ ਅਰ ਸਮਨ। ਜਿਵੇਂ ਕਹਿੰਦੇ ਅਦਰ ਤੇ ਦਸਨ, ਹੋਠਾਂ ਦਾ ਅਤੇ ਦੰਦਾਂ ਦਾ ਆਪਸ ਦੇ ਵਿੱਚ ਕੋਈ ਭੇਦ ਨਹੀਂ, ਇਹਨਾਂ ਨੂੰ ਵੱਖਰੇ ਕਰਕੇ ਨਹੀਂ ਦੇਖਿਆ ਜਾ ਸਕਦਾ, ਇਕੱਠੇ ਹੀ ਹੁੰਦੇ ਹੈ। ਇਸੇ ਤਰ੍ਹਾਂ ਪਿਤਾ ਅਤੇ ਪੁੱਤਰ, ਉਹਨਾਂ ਨੂੰ ਵੱਖਰੇ ਕਰਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਪਿਤਾ ਦੀ ਰਕਤ ਹੀ ਉਸ ਪੁੱਤਰ ਦੇ ਗਰਦਨ ਦੇ ਵਿੱਚ, ਉਸ ਪੁੱਤਰ ਦੇ ਸਰੀਰ ਵਿੱਚ ਦੌੜ ਰਹੀ ਹੈ। ਇਸੇ ਪ੍ਰਕਾਰ ਕੋਈ ਭੇਦ ਨਹੀਂ ਜਾਣਨਾ। ਕਿਉਂ ਸਿੱਖਿਆ ਕੀ ਏਕਤਾ ਪਾਹੁਲ ਭੇਨ ਨਾ ਤਮਨ। ਇਸੇ ਤਰ੍ਹਾਂ ਜਿਨ੍ਹਾਂ ਨੇ ਸਿੱਖਿਆ ਦੀਖਿਆ ਲਈ ਹੋਈ ਹੈ, ਗੁਰੂ ਕੇ ਬਣ ਗਏ ਆ, ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹ ਗਏ ਆ, ਸਤਿਗੁਰੂ ਕੈ ਜਨਮੈ ਗਗਨ ਮਿਟਾਇਆ ਹੈ ਜਿਨ੍ਹਾਂ ਨੇ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਉਹਨੇ ਚਰਨ ਪਾਹੁਲ ਲਈ ਹੋਵੇ ਤੇ ਦੂਜੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ, ਦੋਵਾਂ ਵਿੱਚ ਸਿੱਖਿਆ ਦੀ ਏਕਤਾ ਹੈ। ਗੁਰੂ ਕੇ ਸਿੱਖ ਹੋਣ ਦੇ ਨਾਤੇ ਉਹ ਇੱਕ ਬਰਾਬਰ ਹਨ। ਪਾਹੁਲ ਦਾ ਚਰਨ ਪਾਹੁਲ ਹੈ ਜਾਂ ਖੰਡੇ ਬਾਟੇ ਦੀ ਪਾਹੁਲ ਹੈ, ਇਹਦਾ ਅੰਤਰ ਨਾ ਜਾਣਨਾ। ਲਘੂ ਕੋ ਵੇਦ ਨ ਸਿੱਖਿਆ ਲੇਵੈ ਸਿੱਖ।
ਹਾਂ, ਜਿਹੜਾ ਵੀ ਗੁਰੂ ਕੀ ਸਿੱਖਿਆ ਨੂੰ ਧਾਰਨ ਕਰਦਾ ਹੈ, ਗੁਰੂ ਦੀਖਿਆ ਲੈਂਦਾ, ਉਹੀ ਗੁਰੂ ਕਾ ਸਿੱਖ ਹੈ। ਤੇ ਇਸ ਪ੍ਰਕਾਰ ਭਾਈ ਕਿਸੇ ਨੇ ਵੱਡਾ ਛੋਟਾ ਕਰਕੇ ਨਹੀਂ ਜਾਣਨਾ, ਇੱਕ ਦੂਜੇ ਨੂੰ ਕਿ ਮੈਂ ਵੱਡਾ ਸਿੱਖ ਹੈ, ਫਲਾਣਾ ਛੋਟਾ ਸਿੱਖ ਹੈ, ਕੋਈ ਭੇਦ ਭਾਵ ਨਹੀਂ ਕਰਨਾ। ਵਰਨ ਜਾਤ ਕੋ ਦੂਰ ਧਾਰ, ਐਸੇ ਸਿੱਖ ਸੁਲੱਖ। ਸਤਿਗੁਰੂ ਜੀ ਕਹਿੰਦੇ ਐਸੇ ਸਿੱਖ ਸੁਲੱਖਣੇ ਹੈ, ਆਦਰਸ਼ਕ ਸਿੱਖ ਹੈ, ਜਿਨ੍ਹਾਂ ਨੇ ਵਰਨ ਦਾ, ਜਾਤੀ ਦਾ, ਰੰਗ, ਨਸਲ ਇਤਿਆਦਿਕ ਜਿਹੜੇ ਸਾਰੇ ਭੇਦ ਖਤਮ ਕਰ ਦਿੱਤੇ। ਕਿਉਂਕਿ ਜਿਹੜਾ ਕੋਈ ਗੁਰੂ ਕਾ ਸਿੰਘ ਹੀ ਸਜ ਗਿਆ, ਗੁਰੂ ਕਾ ਹੀ ਬਣ ਗਿਆ, ਉਹ ਤਾਂ ਸਾਰੇ ਆਪਸ ਵਿੱਚ ਭੈਣ ਭਰਾ ਬਣ ਗਏ। ਇਸ ਪ੍ਰਕਾਰ ਕਹਿੰਦੇ ਕਿਸੇ ਪ੍ਰਕਾਰ ਦਾ ਵੀ ਭੇਦ ਭਾਵ ਜਾਤੀ ਕਰਕੇ, ਵਰਨ ਕਰਕੇ, ਕੁਲ ਕਰਕੇ ਗੁਰੂ ਕੇ ਸਿੱਖ ਆਪਸ ਵਿੱਚ ਨਾ ਕਰਨ। ਦੇਵੈ ਲੇਵੈ ਪ੍ਰੀਤ ਕਰ, ਖਾਵੈ ਕਰਜ ਸੋ ਦੁਆਏ। ਹਾਂ, ਕਹਿੰਦੇ ਦੇਣਾ ਲੈਣਾ ਜਿਹੜਾ ਉਹ ਕਿਸੇ ਤੋਂ ਕੋਈ ਵਸਤੂ ਲੈਣੀ ਹੈ, ਕਿਸੇ ਨੂੰ ਕੋਈ ਵਸਤੂ ਦੇਣੀ ਹੈ, ਉਸ ਵੇਲੇ ਪ੍ਰੀਤ ਕਰਕੇ, ਪ੍ਰੇਮ ਕਰਕੇ ਹੀ ਲੈਣਾ ਦੇਣਾ ਹੋਵੇ। ਆਪਸ ਵਿੱਚ ਗੁਰਸਿੱਖਾਂ ਦਾ ਜਿਹੜਾ ਲੈਣ ਦੇਣ ਹੈ ਉਹ ਪ੍ਰੀਤ ਕਰਕੇ, ਪ੍ਰੇਮ ਕਰਕੇ ਹੋਵੇ। ਤੇ ਖਾਵੈ ਕਰਜ ਦਵਾਏ, ਜੇ ਕਿਸੇ ਨੇ ਦੂਸਰੇ ਤੋਂ ਕਰਜ਼ ਵੀ ਲਿਆ, ਕਰਜ਼ ਲੈ ਕੇ ਖਾਧਾ, ਵਰਤਿਆ, ਤਾਂ ਉਹਨੂੰ ਵੀ ਉਸੇ ਪ੍ਰਕਾਰ ਪ੍ਰੇਮ ਦੇ ਨਾਲ ਵਾਪਸ ਕਰ ਦੇਵੇ। ਸਿੱਖੀ ਪਦ ਜੋ ਦਗਾ ਕਰ, ਠੌਰ ਨਾ ਕਤਮੂ ਪਾਏ। ਹਾਂ, ਜਿਹੜਾ ਸਿੱਖੀ ਦਾ ਅਧਿਕਾਰੀ ਬਣ ਗਿਆ, ਸਿੱਖ ਸਜ ਗਿਆ, ਸਿੱਖ ਬਣ ਗਿਆ, ਸਿੱਖ ਦੀ ਉਪਾਧੀ ਜਿਹਨੂੰ ਮਿਲ ਗਈ, ਸਿੱਖੀ ਦੀ ਪਦਵੀ ਜਿਹਨੂੰ ਮਿਲ ਗਈ, ਸਿੱਖ ਕਹਾਉਣ ਲੱਗ ਪਿਆ, ਗੁਰੂ ਕਾ ਸਿੱਖ ਬਣ ਗਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਸੇ ਨਾਲ ਧੋਖਾ ਫਰੇਬ ਇਤਿਆਦਿਕ ਨਾ ਕਰੇ। ਕਿਉਂਕਿ ਸਿੱਖੀ ਪਦ ਜੋ ਦਗਾ ਕਰ, ਸਿੱਖ ਬਣ ਕੇ ਜਿਹੜਾ ਦੂਸਰੇ ਸਿੱਖ ਦੇ ਨਾਲ ਜਾਂ ਕਿਸੇ ਨਾਲ ਵੀ ਧੋਖਾ ਕਰਦਾ ਹੈ, ਦਗਾ ਕਰਦਾ ਹੈ, ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਠੌਰ ਨਾ, ਉਹਨੂੰ ਮੇਰੇ ਚਰਨਾਂ ਵਿੱਚ ਠਹਿਰ ਨਹੀਂ ਮਿਲੇਗੀ, ਥਾਂ ਨਹੀਂ ਮਿਲੇਗਾ, ਜਗ੍ਹਾ ਨਹੀਂ ਮਿਲੇਗੀ। ਨਾ ਕਤਹੂ ਪਾਏ, ਹੋਰ ਵੀ ਕਿਸੇ ਜਗ੍ਹਾ ਉਹਨੂੰ ਢੋਈ ਨਹੀਂ ਮਿਲੇਗੀ। ਪ੍ਰੀਤ ਨਾਮ ਕੀ ਨਾਮ ਜਪ, ਨਾਮ ਰਮੈ ਵਿੱਚ ਪ੍ਰਾਣ। ਪ੍ਰੀਤੀ ਨਾਮ ਦੇ ਵਿੱਚ ਰੱਖੇ, ਨਾਮ ਦੇ ਵਿੱਚ ਹੀ, ਨਾਮ ਜਪਣ ਦੇ ਵਿੱਚ ਹੀ ਪ੍ਰੀਤ ਹੋਵੇ, ਉਹਦੀ ਨਾਮ ਜਪਣ ਵਿੱਚ ਹੀ ਪ੍ਰੇਮ ਲੱਗਿਆ ਰਹੇ। ਇਸੇ ਤਰ੍ਹਾਂ ਨਾਮ ਜਪਦਾ ਰਹੇ, ਜਪਾਉਂਦਾ ਰਹੇ, ਨਾਮ ਰਮੈ ਵਿੱਚ ਪ੍ਰਾਣ। ਇੰਨਾ ਨਾਮ ਜਪੇ ਕਿ ਸਾਸ ਸਾਸ ਸਿਮਰਹੁ ਗੋਬਿੰਦ ਵਾਲੀ ਅਵਸਥਾ ਤੇ ਪਹੁੰਚ ਜਾਵੇ, ਉਹਦੇ ਸਵਾਸਾਂ ਵਿੱਚ ਰੱਬ ਦਾ ਨਾਮ ਵਸ ਜਾਵੇ, ਉਹਦੇ ਪ੍ਰਾਣਾਂ ਵਿੱਚ ਰੱਬ ਦਾ ਨਾਮ ਵਸ ਜਾਵੇ। ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ, ਬਾਹੁੜ ਜਨਮ ਨਾ ਆਵਾ। ਇਸ ਅਵਸਥਾ ਦਾ ਧਾਰਨੀ ਗੁਰੂ ਕਾ ਸਿੱਖ ਬਣ ਜਾਵੇ ਕਿ ਪ੍ਰਾਣਾਂ ਦੇ ਵਿੱਚ, ਹਿਰਦੇ ਦੇ ਵਿੱਚ ਰੱਬ ਦਾ ਨਾਮ, ਰਾਮ ਦਾ ਨਾਮ, ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਦੀ ਧੁਨੀ ਉਹਦੇ ਪ੍ਰਾਣਾਂ ਦੇ ਵਿੱਚ ਵਸ ਜਾਵੇ, ਉਹਦੇ ਸਰੀਰ ਦੇ ਵਿੱਚ, ਉਹਦੇ ਤਨ ਮਨ ਦੇ ਵਿੱਚ। ਸਾਸ ਗਰਾਸ ਦੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਸਾਸ ਗਰਾਸ ਦੇ ਵਿੱਚ ਰੱਬ ਦਾ ਨਾਮ ਵਸ ਜਾਵੇ। ਕਿਉਂਕਿ ਜਦੋਂ ਸਾਸ ਗਰਾਸ ਵਿੱਚ ਵਸੇਗਾ ਨਾ ਗੁਰਮੁਖ ਪਿਆਰਿਓ, ਫਿਰ ਉੱਥੇ ਦੁਨਿਆਵੀ ਤਾਂ ਕਿਸੇ ਦੀ ਪਹੁੰਚ ਕੀ, ਜੰਮ ਵੀ ਉੱਥੇ ਜਿਹੜੇ ਉਹਨਾਂ ਦਾ ਕੋਈ ਜ਼ੋਰ ਨਹੀਂ ਚੱਲਦਾ। ਸਨਾਤਨ ਮਤ ਦੀ ਸਾਖੀ ਆਉਂਦੀ ਹੈ, ਕਹਿੰਦੇ ਜਿਸ ਵੇਲੇ ਭਗਵਾਨ ਰਾਮ ਚੰਦਰ ਜੀ, ਸੀਤਾ ਜੀ ਅਤੇ ਇਹਨਾਂ ਦੇ ਭਰਾਤਾ ਲਛਮਣ ਜੀ ਇਹ ਬਨਵਾਸੀ ਹੋਏ, ਤਾਂ ਸਰੂਪਨਖਾ ਦਾ ਜਦੋਂ ਨੱਕ ਕੱਟ ਦਿੱਤਾ ਲਛਮਣ ਜੀ ਨੇ ਬਦਲਾ ਲੈਣ ਵਾਸਤੇ, ਤਾਂ ਇਸ ਪ੍ਰਕਾਰ ਸਰੂਪਨਖਾ ਦਾ ਜਿਸ ਵੇਲੇ ਨੱਕ ਕੱਟਿਆ ਗਿਆ ਤੇ ਉਸ ਦੇ ਭਰਾ ਨੇ ਇਹਨਾਂ ਤੋਂ, ਰਾਮਚੰਦਰ ਜੀ ਤੋਂ, ਲਛਮਣ ਜੀ ਤੋਂ ਬਦਲਾ ਲੈਣ ਵਾਸਤੇ ਸੀਤਾ ਦਾ ਅਪਹਰਣ ਕਰ ਲਿਆ। ਸੀਤਾ ਨੂੰ ਵਰਗਲਾ ਕੇ ਜਾਂ ਕਿਸੇ ਤਰੀਕੇ ਵੀ ਉਹ ਜੰਗਲ ਦੇ ਵਿੱਚੋਂ ਗੋਦਾਵਰੀ ਤੱਟ ਤੋਂ ਲੈ ਗਿਆ ਤੇ ਆਪਣੀ ਅਸ਼ੋਕ ਵਾਟਿਕਾ ਦੇ ਵਿੱਚ ਜਾ ਕੇ ਰੱਖਿਆ। ਤੇ ਜਦੋਂ ਅਸ਼ੋਕ ਵਾਟਿਕਾ ਦੇ ਵਿੱਚ ਸੀਤਾ ਜੀ ਨੂੰ ਕੈਦੀ ਬਣਾ ਕੇ ਇੱਕ ਸਟੱਡੀ ਦੇ ਵਿੱਚ ਰੱਖ ਲਿਆ, ਇੱਧਰ ਰਾਮ ਜੀ, ਲਛਮਣ ਜੀ ਇਹ ਲੱਭਦੇ ਫਿਰਦੇ ਐ। ਤੇ ਰਾਮਚਰਿਤ ਮਾਨਸ ਦੇ ਵਿੱਚ, ਰਾਮਾਇਣ ਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਇੰਨੇ ਵਿਆਕੁਲ ਰਾਮ ਜੀ ਹੋ ਗਏ ਜਿਨ੍ਹਾਂ ਨੂੰ ਦੁਨੀਆ ਭਗਵਾਨ ਕਰਕੇ ਮੰਨਦੀ ਹੈ, ਆਮ ਮਨੁੱਖ ਦੀ ਤਰ੍ਹਾਂ ਰੋਂਦੇ ਰਹੇ। ਤੇ ਰੋਂਦੇ ਰੋਂਦੇ ਹੋਏ ਜਿਹੜੇ ਜੰਗਲ ਦੇ ਦਰਖਤ, ਪੱਤੇ, ਬੂਟੇ ਆ ਨਾ, ਉਹਨਾਂ ਕੋਲ ਵੀ ਧਾਹਾਂ ਮਾਰ ਮਾਰ ਕੇ ਪੁੱਛਦੇ ਆ ਕਿ ਮੇਰੀ ਸੀਤਾ ਕਿੱਥੇ ਹੈ। ਸੋ ਇਸ ਪ੍ਰਕਾਰ ਜਦੋਂ ਬਹੁਤ ਰੁਦਨ ਕੀਤਾ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਸੋ ਇਹਨਾਂ ਨੇ ਜਦੋਂ ਬਹੁਤ ਰੁਦਨ ਕੀਤਾ ਤੇ ਹਨੂਮਾਨ ਜੀ ਦਾ ਮਿਲਾਪ ਹੋਇਆ। ਸਾਖੀ ਲੰਬੀ ਹੈ ਤੇ ਹਨੂਮਾਨ ਜੀ ਦੀ ਡਿਊਟੀ ਲਾਈ ਗਈ ਕਿ ਤੁਸੀਂ ਜਾ ਕੇ ਪਤਾ ਕਰੋ ਲੰਕਾ ਦੇ ਵਿੱਚ ਕਿ ਕਿੱਥੇ ਰੱਖਿਆ ਗਿਆ ਸੀਤਾ ਜੀ ਨੂੰ, ਉਹ ਕਿਸ ਹਾਲਤ ਵਿੱਚ ਹੈ,
ਕਿਸ ਤਰ੍ਹਾਂ ਦੀ ਦਸ਼ਾ ਵਿੱਚ ਹੈ। ਤਾਂ ਗੁਰੂ ਪਿਆਰਿਓ, ਇਹ ਹਨੂਮਾਨ ਜੀ ਗਏ, ਵਿਭੀਸ਼ਣ ਦੇ ਨਾਲ ਮੇਲ ਹੋਇਆ, ਉਹਨੇ ਦੱਸਿਆ ਕਿ ਪਹੁੰਚਣ ਦਾ ਰਸਤਾ ਕੀ ਹੈ, ਕਿਸ ਤਰੀਕੇ ਪਹੁੰਚ ਸਕਦਾ ਹੈ। ਅਸ਼ੋਕ ਵਾਟਕਾ ਦੇ ਵਿੱਚ ਹਨੂਮਾਨ ਪਹੁੰਚਿਆ। ਉੱਥੇ ਪਹੁੰਚ ਕੇ ਪਹਿਲਾਂ ਤਾਂ ਦੂਰੋਂ ਹੀ ਮਨ ਮਾਤਾ ਸੀਤਾ ਨੂੰ ਪ੍ਰਣਾਮ ਕੀਤਾ। ਬਾਅਦ ਵਿੱਚ ਜਦ ਕੋਲ ਗਿਆ ਤਾਂ ਉਹਨਾਂ ਯਕੀਨ ਨਾ ਕੀਤਾ। ਰਾਮ ਜੀ ਦੇ ਨਾਮ ਦੇ ਵਿੱਚ ਸਮਾਧੀ ਉਹਨਾਂ ਨੇ ਲਾਈ ਹੋਈ ਹੈ। ਜਦ ਯਕੀਨ ਨਾ ਕੀਤਾ ਤਾਂ ਰਾਮ ਜੀ ਦੁਆਰਾ ਦਿੱਤੀ ਹੋਈ ਇੱਕ ਮੁੰਦਰੀ ਦੇ ਕੇ ਫਿਰ ਉਹਨਾਂ ਨੂੰ ਯਕੀਨ ਦਿਵਾਇਆ ਕਿ ਆਹ ਦੇਖੋ ਰਾਮਚੰਦਰ ਜੀ ਦੀ ਮੁੰਦਰੀ ਹੈ, ਮੈਨੂੰ ਉਹਨਾਂ ਨੇ ਭੇਜਿਆ ਤੁਹਾਡਾ ਪਤਾ ਲੈਣ ਵਾਸਤੇ। ਸੋ ਉਹਨਾਂ ਨੂੰ ਯਕੀਨ ਆਇਆ, ਵਾਪਸ ਆਏ ਤਾਂ ਭਗਵਾਨ ਰਾਮਚੰਦਰ ਜੀ ਹਨੂਮਾਨ ਜੀ ਨੂੰ ਪੁੱਛਦੇ ਹੈ ਕਿ ਮੇਰੀ ਸੀਤਾ ਕਿੱਥੇ ਹੈ, ਇਸ ਵੇਲੇ ਕਿਸ ਦਸ਼ਾ ਵਿੱਚ ਹੈ। ਤੇ ਇਹਨੇ ਆਖਿਆ ਕਿ ਮਹਾਰਾਜ ਉਹ ਬਹੁਤ ਠੀਕ ਠਾਕ ਹੈ, ਅਸ਼ੋਕ ਵਾਟਕਾ ਦੇ ਵਿੱਚ ਰਾਵਣ ਨੇ ਉਹਨੂੰ ਕੈਦ ਕਰਕੇ ਰੱਖਿਆ ਹੋਇਆ ਹੈ। ਤੇ ਆਖਿਆ ਕਿਸ ਤਰ੍ਹਾਂ ਦੀ ਹਾਲਤ ਹੈ, ਤੁਹਾਡੇ ਵਿਛੋੜੇ ਵਿੱਚ ਬੜੇ ਬੇਬਲ ਨੇ ਤੇ ਸਰੀਰ ਸੁੱਕ ਕੇ ਤੀਲਾ ਹੋ ਗਿਆ। ਤੇ ਰਾਮਚੰਦਰ ਜੀ ਉਸ ਵੇਲੇ ਥੋੜ੍ਹੇ ਜਿਹੇ ਉਦਾਸ ਹੋ ਗਏ। ਹਨੂਮਾਨ ਜੀ ਕਹਿੰਦੇ ਜੀ ਮੈਂ ਤੁਹਾਨੂੰ ਇੰਨੀ ਵਧੀਆ ਖਬਰ ਦਿੱਤੀ ਹੈ ਤੇ ਤੁਸੀਂ ਉਦਾਸ ਹੋ ਗਏ। ਮੈਂ ਤੁਹਾਨੂੰ ਦੱਸਿਆ ਸੀਤਾ ਜੀ ਨੂੰ ਕੋਈ ਨੁਕਸਾਨ ਨਹੀਂ ਹੋਇਆ, ਉਹ ਠੀਕ ਠਾਕ ਹੈ, ਜੀਵਤ ਹੈ। ਤਾਂ ਰਾਮਚੰਦਰ ਜੀ ਕਹਿੰਦੇ ਇਸੇ ਕਰਕੇ ਮੈਂ ਉਦਾਸ ਹੋਇਆ ਵੀ ਮੇਰੇ ਤੋਂ ਵਿਛੜ ਕੇ ਵੀ ਸੀਤਾ ਜਿਉਂਦੀ ਹੈ, ਉਹ ਮਰ ਕਿਉਂ ਨਹੀਂ ਗਈ, ਇਸ ਗੱਲ ਤੋਂ ਉਦਾਸ ਆ। ਤਾਂ ਉਸ ਵੇਲੇ ਹਨੂਮਾਨ ਜੀ ਕਹਿਣ ਲੱਗੇ, ਕਹਿੰਦੇ ਜੀ ਸੀਤਾ ਜੀ ਨੇ ਤੁਹਾਡੇ ਚਰਨਾਂ ਦਾ ਧਿਆਨ ਧਰਿਆ ਹੋਇਆ, ਉਹਦੇ ਪ੍ਰਾਣ ਤੁਹਾਡੇ ਚਰਨਾਂ ਵਿੱਚ ਵਸਦੇ ਆ। ਜਮ ਤਾਂ ਲੈਣ ਆਉਂਦੇ ਆ, ਮੌਤ ਤਾਂ ਉਹਨਾਂ ਨੂੰ ਲੈਣ ਆਉਂਦੀ ਹੈ, ਪਰ ਉਹਨਾਂ ਨੂੰ ਉੱਥੇ ਪ੍ਰਾਣ ਹੀ ਨਹੀਂ ਲੱਭਦੇ। ਪ੍ਰਾਣ ਤਾਂ ਤੁਹਾਡੇ ਚਰਨਾਂ ਵਿੱਚ ਵਸੇ ਹੋਏ ਆ, ਸਾਹ ਤਾਂ ਤੁਹਾਡੇ ਚਰਨਾਂ ਦੇ ਆਸਰੇ ਚੱਲਦੇ ਆ। ਇਸ ਕਰਕੇ ਉਹਨਾਂ ਨੂੰ ਜਮ ਲੈ ਕੇ ਕਿਵੇਂ ਜਾਣ, ਇਸ ਕਰਕੇ ਜੀਵਤ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਗੱਲ ਨੂੰ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ ਵਾਰਤਾਲਾਪ ਨੂੰ ਲਿਖਿਆ ਹੈ। ਸੋ ਹਨੂਮਾਨ ਨਾਟਕ ਦੇ ਵਿੱਚ ਇਸ ਪ੍ਰਕਾਰ ਵੀ ਬਚਨ ਆਉਂਦੇ ਹੈ, ਜਿਹੜਾ ਆਪਸ ਵਿੱਚ ਰਾਮਚੰਦਰ ਜੀ ਦਾ ਅਤੇ ਹਨੂਮਾਨ ਜੀ ਦਾ ਵਾਰਤਾਲਾਪ ਆਉਂਦਾ। ਇਹ ਹਨੂ ਕਹਿ ਰਘੁਬੀਰ ਹੈ ਕਿਸ ਸੁਧ ਛੀਏ ਕੀ ਛਿਤ ਮਾਹੀ। ਕਹਿੰਦੇ ਹੇ ਹਨੂਮਾਨ, ਸੀਤਾ ਦੀ ਕੋਈ ਖਬਰ ਹੈ ਇਸ ਧਰਤੀ ਦੇ ਉੱਤੇ। ਇਹ ਹਨੂ ਕਹਿ ਰਘੁਬੀਰ ਹੈ ਕਿਛ ਸੁਧ ਸੀਏ ਕੀ ਛਿਤ ਮਾਹੀ। ਤੇ ਆਖਿਆ ਹੇ ਪ੍ਰਭ ਲੰਕ ਕਲੰਕ ਬਿਨਾ ਵਸੈ ਜੋ ਰਾਵਣ ਬਾਗ ਕੀ ਛਾਹੀ। ਕਹਿੰਦੇ ਮਹਾਰਾਜ ਹਾਂ, ਖਬਰ ਮਿਲੀ ਹੈ ਵੀ ਉਹ ਰਾਵਣ ਦੇ ਬਾਗ ਦੇ ਵਿੱਚ, ਅਸ਼ੋਕ ਵਾਟਕਾ ਦੇ ਵਿੱਚ, ਔਰ ਬਿਨਾਂ ਕਲੰਕ ਤੋਂ, ਕਲੰਕਿਤ ਨਹੀਂ, ਨਿਰਮਲ ਜੀਵਨ ਹੈ ਉਹਨਾਂ ਦਾ। ਹੇ ਪ੍ਰਭ ਲੰਕ ਕਲੰਕ ਬਿਨਾ ਵਸੈ ਜੋ ਰਾਵਣ ਬਾਗ ਕੀ ਛਾਹੀ। ਤੇ ਭਗਵਾਨ ਜੀ ਕਹਿੰਦੇ ਜੀਵਤ ਹੈ, ਕਹਿੰਦੇ ਜਿਉਂਦੀ ਹੈ। ਤਾਂ ਰਾਮਚੰਦਰ ਜੀ ਨੂੰ ਹਨੂਮਾਨ ਜੀ ਕਹਿਣ ਲੱਗੇ ਕਹਿਬੇ ਕੋ ਹੀ ਨਾਥ, ਜੀਵਤ ਹੈ ਕਹਿਬੇ ਕੋ ਹੀ ਨਾਥ, ਕਿਉਂ ਨਾ ਮੁਈ ਹਮ ਤੇ ਬਿਸ਼ਰਾਹੀ। ਕਹਿੰਦੇ ਮਰ ਕਿਉਂ ਨਹੀਂ ਗਈ ਸਾਡੇ ਤੋਂ ਵਿਛੜ ਕੇ, ਕਿਉਂ ਨਾ ਮੁਈ ਹਮ ਤੇ ਬਿਸ਼ਰਾਹੀ। ਤੇ ਆਖਿਆ ਹੱਥ ਜੋੜ ਕੇ ਹਨੂਮਾਨ ਜੀ ਨੇ, ਕਹਿੰਦਾ ਪ੍ਰਾਨ ਬਸੇ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਾਹੀ। ਤੁਹਾਡੇ ਚਰਨਾਂ ਵਿੱਚ ਸੀਤਾ ਮਾਤਾ ਜੀ ਦੇ ਪ੍ਰਾਣ ਵਸਦੇ ਆ, ਜਮ ਤਾਂ ਲੈਣ ਵਾਸਤੇ ਆਉਂਦੇ ਆ, ਪਰ ਲਿਜਾ ਨਹੀਂ ਸਕਦੇ। ਲਿਜਾਣ ਕਿਹਨੂੰ, ਚਰਨ ਕਮਲਾਂ ਦੇ ਧਿਆਨ ਧਰਿਆ ਹੋਇਆ। ਤੇ ਸਾਸਾਂ ਦੇ ਵਿੱਚ ਤਾਂ ਰਾਮ ਨਾਮ ਚੱਲ ਰਿਹਾ, ਜਮ ਕਿਵੇਂ ਲੈ ਕੇ ਜਾਣ। ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੀਤ ਨਾਮ ਕੀ, ਨਾਮ ਜਪ ਨਾਮ ਰਮੈ ਵਿੱਚ ਪ੍ਰਾਣ। ਸੋ ਜਿਹੜੇ ਪ੍ਰਾਣਾਂ ਦੇ ਵਿੱਚ, ਸਾਹਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਮ ਜਾਵੇ, ਸਾਥ ਸਾਥ ਸਿਮਰੋ ਗੋਬਿੰਦ ਵਾਲੀ ਅਵਸਥਾ ਬਣ ਜਾਵੇ। ਨਾਮ ਉਪਦੇਸੈ ਨਾਮ ਸੁਖ ਸਕਾ ਸਾਚਲਾ ਨਾਮ। ਨਾਮ ਦਾ ਹੀ ਗੁਰੂ ਕਾ ਸਿੱਖ ਅੱਗੇ ਉਪਦੇਸ਼ ਦੇਵੇ, ਆਪ ਜਪੈ ਅਵਰਾ ਨਾਮ ਜਪਾਵੈ। ਤੇ ਨਾਮ ਦੇ ਵਿੱਚ ਉਹੀ ਸੁੱਖ ਮਾਨਣਾ ਕਰੇ, ਨਾਮ ਦਾ ਹੀ ਸੁੱਖ ਮਾਣੇ। ਸਖਾ ਸਾਚਲਾ ਨਾਮ, ਤੇ ਸਖਾ ਮਿੱਤਰ, ਸੱਚਾ ਮਿੱਤਰ ਵੀ ਵਾਹਿਗੁਰੂ ਦੇ ਨਾਮ ਨੂੰ ਹੀ ਜਾਣੇ। ਜੀਵਨ ਜਾ ਕਾ ਧਰਮ ਹਿਤ ਚੱਲਣਾ ਗੁਰ ਕੀ ਰੀਤ। ਜਿਸ ਗੁਰੂ ਕੇ ਸਿੱਖ ਦਾ ਜੀਵਨ ਧਰਮ ਦੇ ਹਿੱਤ ਬਣ ਗਿਆ, ਧਰਮ ਦੇ ਕਾਰਨ ਬਣ ਗਿਆ ਕਿ ਬਸ ਧਰਮ ਹੀ ਕਮਾਉਣਾ, ਔਰ ਗੁਰੂ ਕੀ ਰੀਤੀ ਦੇ ਉੱਤੇ ਜਿਸ ਦਾ ਚੱਲਣਾ ਹੈ। ਭੋਜਨ ਜਾਂ ਕਾ ਦੇਹ ਹਿਤ, ਤੇ ਜਿਸ ਦਾ ਜਿਹੜਾ ਭੋਜਨ ਹੈ ਦੇਹ ਹਿੱਤ ਹੈ, ਸਿਰਫ ਸਰੀਰ ਨੂੰ ਪਾਲਣ ਵਾਸਤੇ ਹੈ, ਪਦਾਰਥਾਂ ਦੇ ਰਸ ਲੈਣ ਵਾਸਤੇ, ਸਵਾਦ ਲੈਣ ਵਾਸਤੇ ਨਹੀਂ। ਵੈਰਾਗੀ ਰੀਤ, ਕਹਿੰਦੇ ਇਸ ਪ੍ਰਕਾਰ ਹੇ ਮਿੱਤਰ, ਹੇ ਗੁਰੂ ਕੇ ਸਿੱਖਾ, ਜਿਹੜਾ ਵੈਰਾਗੀ ਵੈਰਾਗਵਾਨ ਅਵਸਥਾ ਵਿੱਚ ਗੁਰੂ ਕਾ ਸਿੱਖ ਰਹਿੰਦਾ ਹੈ। ਕਿਉ ਰਾਹੀ ਪਰਦੇਸ ਜਾਏ ਨਿਤ ਮਾਰਗ ਕੀ ਆਸ।
ਕਹਿੰਦੇ ਜਿਵੇਂ ਇੱਕ ਰਾਹੀ ਪਰਦੇਸੀ ਕੋਈ ਪਰਦੇਸ ਨੂੰ ਜਾਂਦਾ ਹੈ ਤੇ ਨਿਤ ਮਾਰਗ ਕੀ ਆਸ, ਰਾਤਰੀ ਸਮੇਂ ਜਦੋਂ ਉਹ ਵਿਸ਼ਰਾਮ ਕਰਦਾ ਨਾ ਤੇ ਉਹ ਇਹ ਨਹੀਂ ਸੋਚਦਾ ਮੈਂ ਸਦਾ ਹੀ ਇੱਥੇ ਰਹਿਣਾ, ਕਿਉਂਕਿ ਉਹਨੇ ਸਵੇਰ ਦੀ ਮੰਜ਼ਿਲ ਬਾਰੇ ਸੋਚਣਾ ਹੁੰਦਾ, ਅਗਾਂਹ ਦੀ ਮੰਜ਼ਿਲ ਬਾਰੇ ਸੋਚਦਾ। ਇਸੇ ਪ੍ਰਕਾਰ ਜਿਉਂ ਰਾਹੀ ਪਰਦੇਸ ਜਾਏ, ਜਿਸ ਬੀਬੀ ਦਾ ਕੰਤ, ਜਿਸ ਬੀਬੀ ਦਾ ਪਤੀ ਪਰਦੇਸ਼ ਨੂੰ ਚਲਿਆ ਜਾਂਦਾ ਤੇ ਨਿਤ ਮਾਰਗ ਕੀ ਆਸ, ਨਿੱਤਾ ਪ੍ਰਤੀ ਹੀ ਉਹਦੇ ਮਾਰਗ ਦੀ, ਉਹਦੇ ਆਉਣ ਦੀ ਉਡੀਕ ਰੱਖਦੀ ਹੈ, ਇੰਤਜ਼ਾਰ ਕਰਦੀ ਰਹਿੰਦੀ ਹੈ। ਆਤਮ ਹਿਤ ਆਸਰ ਆਚਰੈ ਰਹੀਏ ਚਿਤ ਉਦਾਸ। ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆਤਮ ਗਿਆਨ ਦੇ ਵਾਸਤੇ ਗੁਰੂ ਕਾ ਸਿੱਖ ਵਿਚਰਦਾ ਰਹੇ ਤੇ ਰਹੀਏ ਚਿੱਤ ਉਦਾਸ, ਚਿੱਤ ਦੇ ਵਿੱਚ ਉਦਾਸੀ ਧਾਰਨ ਕਰਕੇ ਰੱਖੇ। ਦੁਨਿਆਵੀ ਤੌਰ ਤੇ ਸੰਸਾਰ ਦੇ ਵਿੱਚ ਰਹੇ, ਆਪਣੇ ਫਰਜ਼ਾਂ ਨੂੰ ਨਿਭਾਵੇ, ਪਰ ਮਨ ਜਿਹੜਾ ਉਹ ਉਦਾਸ ਹੋਵੇ, ਆਤਮ ਗਿਆਨ ਨੂੰ ਜਾਣਨ ਦੀ ਉਹਦੇ ਮਨ ਦੇ ਵਿੱਚ ਤੀਬਰ ਤਾਂਘ ਰਹੇ, ਪ੍ਰਬਲ ਤਾਂਘ ਰਹੇ, ਇੱਛਾ ਰਹੇ। ਜਿਵੇਂ 10ਵੇਂ ਪਾਤਸ਼ਾਹ ਜੀ ਕਹਿੰਦੇ ਆ, ਰੇ ਮਨ ਐਸੋ ਕਰ ਸੰਨਿਆਸਾ,